ਸਤਨਾਮ। ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਆਨਿਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਵਾਹਿਗੁਰੂ ਦਿਲੋਂ ਮੁਹੱਬਤ ਜੀਨਾ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ
ਮੁਹੱਬਤ ਜੀਨਾ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਆਸਾ ਰਾਗ ਦੇ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਸ਼ਬਦ ਬੜਾ ਹੀ ਸਰਲ ਹੈ, ਬਿਲਕੁਲ ਠੇਠ ਪੰਜਾਬੀ ਦੇ ਵਿੱਚ, ਫਿਰ ਵੀ ਸੰਖੇਪ ਦੇ ਵਿੱਚ ਵਿਚਾਰ ਕਹਿ ਦੇਵਾਂ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਸ਼ੇਖ ਫਰੀਦ ਸਾਹਿਬ ਜੀ ਫਰਮਾਨ ਕਰ ਰਹੇ ਹਨ ਕਿ ਭਾਈ ਉਹੀ ਸੱਚੇ ਹੁੰਦੇ ਆ ਜਿਨ੍ਹਾਂ ਦਾ ਪਰਮਾਤਮਾ ਜੀ ਦੇ ਨਾਲ ਦਿਲੋਂ ਪਿਆਰ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਦਿਲੋਂ ਮੁਹੱਬਤ ਦਾ ਭਾਵ ਕੀ ਹੈ ਕਿ ਮਨ ਕਰਕੇ ਪਰਮਾਤਮਾ ਜੀ ਨੂੰ ਹਾਜ਼ਰ ਜਾਣੀਏ। ਇਹ ਨਾ ਹੋਵੇ ਵੀ ਕਰਮ ਕਰਨ ਵੇਲੇ ਜੀ ਆਪਾਂ ਪਰਮਾਤਮਾ ਦਾ ਭੈ ਨਹੀਂ ਮੰਨਦੇ, ਰਸਨਾ ਦੇ ਨਾਲ ਕਹੀ ਜਾਂਦੇ ਹਾਂ ਵਾਹਿਗੁਰੂ ਰਾਮ ਖੁਦਾ, ਪਰ ਮਨ ਨੇ ਹੋਂਦ ਨੂੰ ਮੰਨਿਆ ਨਹੀਂ, ਕਿਉਂਕਿ ਪਰਮਾਤਮਾ ਤਾਂ ਇੱਕ ਸਰਬ ਵਿਆਪਕ ਹੋਂਦ ਹੈ। ਜੇ ਤਾਂ ਮਨ ਕਰਕੇ ਅਸੀਂ ਪਰਮਾਤਮਾ ਜੀ ਨੂੰ ਸਰਬ ਵਿਆਪਕ ਮੰਨਦੇ ਹਾਂ, ਕੋਲ ਮਹਿਸੂਸ ਕਰਦੇ ਹਾਂ, ਤਾਂ ਇਹਨੂੰ ਦਿਲੋਂ ਮੁਹੱਬਤ ਕਿਹਾ ਜਾਂਦਾ ਹੈ। ਤੇ ਜੇ ਅਸੀਂ ਮਨ ਕਰਕੇ ਮਾਲਕ ਦੀ ਹੋਂਦ ਨੂੰ ਮੰਨਿਆ ਨਹੀਂ, ਕਰਮ ਕਰਨ ਵੇਲੇ ਅਸੀਂ ਪਰਮਾਤਮਾ ਦਾ ਭੈ ਨਹੀਂ ਮੰਨਦੇ, ਤਾਂ ਇਹਦਾ ਭਾਵ ਸਾਡਾ ਦਿਲੋਂ ਪਿਆਰ ਹੈ ਨਹੀਂ। ਫਿਰ ਅਸੀਂ ਧਰਮ ਜਗਤ ਦੇ ਵਿੱਚ ਕੱਚਿਆਂ ਦੇ ਵਿੱਚ ਕੱਢੇ ਜਾਵਾਂਗੇ। ਤੇ ਸੱਚੇ ਉਹ ਹੈ, ਸ਼ੇਖ ਫਰੀਦ ਸਾਹਿਬ ਕਹਿੰਦੇ, ਜਿਨ੍ਹਾਂ ਦਾ ਦਿਲੋਂ ਪਿਆਰ ਹੈ ਉਹ ਧਰਮੀ ਹੋ ਸਕਦਾ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਮੁਖ ਦੇ ਵਿੱਚ ਹੋਰ ਹੈ, ਉਹ ਕੱਚੇ ਆਖੇ ਜਾਂਦੇ ਹੈ। ਕਾਂਡੇ ਦਾ ਭਾਵ ਹੁੰਦਾ ਕਹਿਣਾ, ਆਖਣਾ। ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਹੜੇ ਮਾਲਕ ਪਰਮਾਤਮਾ ਦੇ ਦੀਦਾਰ ਦੇ ਪਿਆਰ ਦੇ ਵਿੱਚ, ਰੱਬੀ ਇਸ਼ਕ ਦੇ ਵਿੱਚ ਰੱਤੇ ਹੋਏ ਹੈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਪਰਮਾਤਮਾ ਭੁੱਲਿਆ ਹੋਇਆ ਹੈ, ਉਹ ਧਰਤੀ ਉੱਤੇ ਬੋਝ ਹੈ। ਉਹ ਧਰਤੀ ਦੇ ਉੱਤੇ ਭਾਰ ਹੈ ਜਿਹਨੂੰ ਪਰਮਾਤਮਾ ਭੁੱਲੇ। ਬਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਆਪ ਲੀਏ ਲੜ ਲਾਏ ਦਰ ਦਰਵੇਸ ਸੇ। ਜੋ ਪਰਮਾਤਮਾ ਜੀ ਨੇ ਆਪਣੇ ਲੜ ਲਾਏ ਹੈ, ਉਹੀ ਪਰਮਾਤਮਾ ਦੇ ਦਰ ਦੇ ਫਕੀਰ ਹੈ। ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿਨ ਧਨ ਜਨੇਂਦੀ ਮਾਓ ਆਏ ਸਫਲ ਸੇ। ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਸਫਲ ਹੈ ਜਿਹੜੇ ਮਾਲਕ ਪਰਮਾਤਮਾ ਨਾਲ ਜੁੜਦੇ ਹੈ, ਤੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧਨ ਹੈ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਮਾਲਕ ਦੀ ਵਿੜਾਈ ਕਰਦੇ ਨੇ ਫਰੀਦ ਸਾਹਿਬ ਜੀ ਕਿ ਮਾਲਕ ਜੀ ਤੁਸੀਂ ਸਾਰਿਆਂ ਦੀ ਪਰਵਰਿਸ਼ ਕਰਨ ਵਾਲੇ ਹੋ। ਪਰਵਦਗਾਰ ਅਪਾਰ, ਤੁਹਾਡਾ ਅੰਤ ਪਾਰਾਵਾਰ ਕੋਈ ਨਹੀਂ। ਤੁਹਾਡੀ ਰਚਨਾ ਦਾ ਵੀ ਕੋਈ ਅੰਤ ਨਹੀਂ, ਤੇ ਤੁਹਾਡਾ ਅੰਤ ਤਾਂ ਕੀ ਹੋ ਸਕਦਾ ਹੈ। ਮਾਲਕ ਦੀ ਰਚਨਾ ਦਾ ਅੰਤ ਨਹੀਂ, ਤੇ ਰਚਨਾਹਾਰ ਦਾ ਅੰਤ ਤਾਂ ਕਿਹਨੇ ਪਾਇਆ। ਆਪਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਵਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਈ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੈ ਕੋਇ ਤਿਸ ਉੱਚੇ ਕਉ ਜਾਣੈ ਸੋਈ। ਜੇਵੜ ਆਪ ਜਾਣੈ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਸੋ ਮਾਲਕ
ਬੇਅੰਤ ਹੈ, ਉਹਦੀ ਰਚਨਾ ਦਾ ਅੰਤ ਪਾਰਾਵਾਰ ਕੋਈ ਨਹੀਂ। ਸਾਇੰਸ ਇੱਕ ਸੂਰਜ ਮੰਡਲ ਨਹੀਂ ਪਾਰ ਕਰ ਸਕਦੀ, ਇੱਕ ਗਲੈਕਸੀ ਦੇ ਵਿੱਚ ਹੀ ਕਰੋੜਾਂ ਸੂਰਜ ਆ ਰਹੇ ਹੈ, ਭਾਵ ਕਿ ਬੇਅੰਤ ਹੈ। ਰਚਨਾ ਬੇਅੰਤ ਹੈ ਤੇ ਰਚਨਹਾਰ ਬਾਰੇ ਤਾਂ ਕੌਣ ਅੰਤ ਜਾਣ ਸਕਦਾ ਹੈ। ਇੱਕ ਇੱਕ ਗੁਣ ਦਾ ਵੀ ਅੰਤ ਨਹੀਂ ਪਾ ਸਕਦਾ ਕੋਈ। ਜਿਵੇਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਆਪਾਂ ਸਮਝ ਲਿਆ, ਅੰਤ ਨਾ ਵੇਖਣ ਸੁਣਨ ਨਾ ਅੰਤ। ਹੁਣ ਦੇਖੋ ਮਾਲਕ ਦੀ ਸੁਣਨ ਦੀ ਸ਼ਕਤੀ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਆਪਣੇ ਕੰਨ ਦੋ ਹੈ, ਗੱਲ ਇੱਕ ਦੀ ਸੁਣਦੇ ਹੈ। ਆਪਣੇ ਦੋ ਜਾਣੇ ਬੋਲਣ ਲੱਗ ਪੈਣ, ਆਪਾਂ ਕਹਾਂਗੇ ਪਲੀਜ਼ ਇੱਕ ਜਾਣਾ ਚੁੱਪ ਕਰੋ, ਵੀ ਕੰਨ ਦੋ ਹੈ, ਗੱਲ ਇੱਕ ਦੀ ਸੁਣਦੇ ਹੈ। ਪਰ ਧੰਨ ਮਾਲਕ ਸਾਰਿਆਂ ਦੀ ਸੁਣੀ ਜਾਂਦਾ ਹੈ। ਹੁਣ ਸੁਣਨ ਦੀ ਸ਼ਕਤੀ ਦਾ ਅੰਤ ਹੈ, ਵੇਖਣ ਦੀ ਸ਼ਕਤੀ ਦਾ ਅੰਤ ਹੈ ਕੋਈ। ਆਪਣੇ ਅੱਖਾਂ ਦੋ ਨੇ, ਦੇਖੋ ਇੱਕ ਸਾਈਡ ਦਿਸਦਾ, ਹੁਣ ਮੈਨੂੰ ਇੱਧਰ ਨਹੀਂ ਦਿਸ ਰਿਹਾ, ਜੇ ਮੈਂ ਇੱਧਰ ਦੇਖਣ ਲੱਗ ਗਿਆ ਇੱਧਰ ਦਿਸਣੋਂ ਹਟ ਜੂ, ਇੱਧਰ ਦੇਖਣ ਲੱਗ ਇੱਧਰ ਪਿੱਛੇ ਨਹੀਂ ਦਿਸਦਾ, ਪਿੱਛੇ ਦੇਖਣ ਲੱਗ ਗਿਆ ਅੱਗੇ ਦਿਸਣੋਂ ਹਟ ਜੂ। ਆਪਣੀ ਤੇ ਨਹੀਂ ਹੈ ਨਾ। ਮਾਲਕ ਦੀ ਦੇਖੋ ਕਿੰਨੀ ਵਿਜ਼ਨ ਪਾਵਰ ਹੈ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਸਭ ਕੁਝ ਉਹਦੀ ਨਿਗਾਹ ਦੇ ਵਿੱਚ ਹੈ। ਤਾਂ ਤੇ ਕਹਿਣ ਦਾ ਭਾਵ ਕਿ ਮਾਲਕ ਦੀ ਵੇਖਣ ਤੇ ਸੁਣਨ ਦੀ ਸ਼ਕਤੀ ਦੀ ਕੋਈ ਅੰਤ ਨਹੀਂ। ਮਾਲਕ ਦਾ ਅੰਤ ਤਾਂ ਕੌਣ ਪਾ ਸਕਦਾ? ਉਹਦੀ ਇੱਕ ਇੱਕ ਸ਼ਕਤੀ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਉਹ ਤਾਂ ਬੇਅੰਤ ਹੈ, ਅਪਾਰ ਹੈ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਮਾਲਕ ਜੀ ਤੁਸੀਂ ਸਾਰਿਆਂ ਦੇ ਪਰਵਦਗਾਰ ਹੋ, ਪਰਵਰਿਸ਼ ਕਰਨ ਵਾਲੇ ਹੋ। ਅਪਾਰ ਤੁਹਾਡਾ ਅੰਤ ਪਾਰਾਵਾਰ ਕੋਈ ਨਹੀਂ। ਅਗੰਮ ਤੁਸੀਂ ਬੁੱਧੀ ਦੀ ਪਕੜ ਤੋਂ ਪਰੇ ਹੋ। ਬੇਅੰਤ ਤੂੰ ਮਾਲਕ ਜੀ ਤੁਸੀਂ ਬੇਅੰਤ ਹੋ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਨੇ ਸੱਚ ਸਰੂਪ ਪਰਮਾਤਮਾ ਨੂੰ ਪਛਾਣਿਆ ਉਹਨਾਂ ਦੇ ਪੈਰ ਚੁੰਮਾ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਭਾਵ ਅਰਥ ਲੈਣਾ, ਕਿਉਂਕਿ ਗੁਰਬਾਣੀ ਕਾ ਭਾਸ਼ਾ ਦੇ ਵਿੱਚ ਹੈ ਵੀ ਅਤੀ ਸਤਿਕਾਰ ਕਰਦਾ ਹਾਂ ਜਿਹੜੇ ਉਸ ਸੱਚ ਸਰੂਪ ਪਰਮਾਤਮਾ ਨਾਲ ਜੁੜਦੇ ਹੈ। ਭਾਵ ਅਰਥ ਹੀ ਲੈਣਾ ਹੁੰਦਾ ਨਾ। ਜਿਵੇਂ ਇੱਕ ਹੋਰ ਉਦਾਹਰਨ ਦੇ ਦੇਵਾਂ, ਗੱਲ ਸਮਝ ਵਿੱਚ ਆ ਜਾਵੇ ਵੀ ਕਾਂ ਭਾਸ਼ਾ ਦਾ ਭਾਵ ਅਰਥ ਹੀ ਹੁੰਦਾ। ਜਿਵੇਂ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ, ਇਹ ਸ਼ਲੋਕ ਪੜ੍ਹ ਲਓ। ਕਬੀਰ ਸੁਪਨੇ ਹੂੰ ਬਰੜਾਏ ਕੈ, ਸੁਪਨੇ ਹੂੰ ਬਰੜਾਏ ਕੈ। ਕਬੀਰ ਇਹ ਮੁਖ ਨਿਕਸੈ ਰਾਮ, ਸੁਪਨੇ ਹੂੰ ਬਰੜਾਏ ਕੈ, ਸੁਪਨੇ ਹੂੰ ਬਰੜਾਏ ਕੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਕਹਿੰਦੇ ਸੁਪਨੇ 'ਚ ਨਾ ਬਰੜਾਉਂਦਿਆਂ ਵੀ ਜਿਸ ਦੇ ਮੁਖ ਵਿੱਚੋਂ ਰਾਮ ਨਿਕਲ ਜਾਵੇ। ਸੁਪਨੇ ਦੇ ਵਿੱਚ ਬੋਲਣ ਨੂੰ ਬਰੜਾਉਣਾ ਹੀ ਕਹਿੰਦੇ ਨਾ, ਭਾਵ ਬੋਲਣਾ ਹੀ ਹੁੰਦਾ। ਕਹਿੰਦੇ ਸੁਪਨੇ ਦੇ ਵਿੱਚ ਕਿਸੇ ਦੀ ਰਸਨਾ ਤੋਂ ਰਾਮ ਲਫ਼ਜ਼ ਬੋਲਿਆ ਜਾਵੇ, ਰਾਮ ਨਿਕਲ ਜਾਵੇ। ਤਾਂ ਕਿ ਪੱਗ ਕੀ ਪੰਨ ਹੀ, ਕਹਿੰਦੇ ਮੈਂ ਉਹਦਾ ਇੰਨਾ ਸਤਿਕਾਰ ਕਰਦਾ, ਉਹਦੇ ਪੈਰ ਦੀ ਜੁੱਤੀ ਬਣਾਉਣ ਵਾਸਤੇ ਮੇਰੇ ਤਨ ਕੋ ਚਾਮ, ਮੇਰੇ ਚੰਮ ਨੂੰ ਵਰਤ ਲਓ। ਇਹ ਹੁਣ ਕਾਂ ਭਾਸ਼ਾ ਹੈ। ਮਨੁੱਖੀ ਤਨ ਦੀਆਂ ਜੁੱਤੀਆਂ ਨਹੀਂ ਬਣਦੀਆਂ, ਨਾ ਕਦੇ ਮਨੁੱਖੀ ਚਮੜੇ ਦੀਆਂ ਜੁੱਤੀਆਂ ਕਿਸੇ ਨੇ ਬਣਾਈਆਂ ਤੇ ਨਾ ਕਦੇ ਪਾਈਆਂ। ਭਾਵ ਕਿ ਉਹਦਾ ਮਾਤੀ ਸਤਿਕਾਰ ਕਰਦਾ ਹਾਂ। ਸੁਪਨੇ ਹੂੰ ਬਰੜਾਏ ਕੇ ਦਾ ਵੀ ਭਾਵ ਅਰਥ ਲਵਾਂਗੇ, ਕਿਉਂ ਆਪ ਜੀ ਨੂੰ ਪਤਾ ਹੈ ਜਦੋਂ ਸਰੀਰ ਸੌਂ ਗਿਆ ਸੁਚੇਤ ਮਨ 10% ਹਿੱਸਾ ਮਨ ਦਾ ਸੌਂ ਜਾਂਦਾ। ਅਚੇਤ ਹੈ ਜਿਹੜਾ ਉਹ ਨਹੀਂ ਸੌਂਦਾ। ਮਨ ਦਾ 10% ਹਿੱਸਾ ਸੁਚੇਤ ਜਾਣਦੇ ਕਈ ਭੈਣ ਭਰਾ, 90% ਅਚੇਤ ਹੈ। ਸਾਡੇ ਮਨ ਦਾ ਜਿਹੜੇ 9 ਹਿੱਸੇ ਨੇ ਉਹ ਅਚੇਤ ਹੈ, ਇੱਕ ਹਿੱਸਾ ਸੁਚੇਤ ਹੈ।
ਤਾਂ ਤੇ ਸਰੀਰ ਸੌਂ ਗਿਆ, ਸੁਚੇਤ ਮਨ ਸਰੀਰ ਦੇ ਨਾਲ ਅਚੇਤ ਕੰਮ ਕਰਦਾ ਹੈ। ਅਚੇਤ ਕੰਮ ਕਰਦਾ ਤਾਂ ਹੀ ਸਾਰਾ ਸਰੀਰ ਦਾ ਟੈਂਪਰੇਚਰ, ਸਾਰਾ ਬਲੱਡ ਪ੍ਰੈਸ਼ਰ, ਸਾਰਾ ਜੋ ਜਾਣੀ ਕਿ ਹਾਰਟ ਬੀਟਿੰਗ ਸਾਰਾ ਕਾਇਮ ਉੱਦਾਂ ਉਹ ਅਚੇਤ ਨਹੀਂ ਸਾਰਾ ਕੰਟਰੋਲ ਕੀਤੀਆਂ ਹੋਈਆਂ ਕਿਰਿਆਵਾਂ। ਜਿੱਦੇ ਉਹ ਵੀ ਸੌਂ ਗਿਆ ਉਹਨੂੰ ਕਹਿੰਦੇ ਆ ਸਦਾ ਦੀ ਨੀਂਦ ਸੌਂ ਗਿਆ, ਉਹ ਸਦਾ ਦੀ ਨੀਂਦ ਆ ਜਾਣੀ ਹੈ। ਚਲੋ ਤਾਂ ਤੇ ਫਿਰ ਕਹਿਣ ਦਾ ਭਾਵ ਕੀ ਹੈ ਵੀ ਉਸ ਵੇਲੇ ਅਚੇਤ ਮਨ ਕੰਮ ਕਰਦਾ ਹੈ। ਅਚੇਤ ਭਾਵ ਕਿ ਮੈਂ ਉਹਦਾ ਅਤੀ ਸਤਿਕਾਰ ਕਰਦਾ ਹਾਂ ਜਿਹਦੇ ਗਹਿਰੇ ਮਨ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ। ਬੋਲੋ ਸਤਨਾਮ। ਅਚੇਤ ਤੋਂ ਆਇਆ ਕਹਿਣ ਦਾ ਭਾਵ ਉਹ। ਸੋ ਇਹਦਾ ਭਾਵ ਅਰਥ ਹੈ ਸੁਪਨੇ ਹੂੰ ਬਰੜਾਇਕ ਹੈ, ਜਿਹਦੇ ਅਚੇਤ, ਜਿਹਦੇ ਮਨ ਦੀ ਗਹਿਰੀ ਤਲ ਤੱਕ ਵੀ ਪ੍ਰਮਾਤਮਾ ਦੀ ਯਾਦ ਵਸੀ ਹੋਈ ਹੈ ਨਾ, ਮੈਂ ਉਹਦਾ ਅਤੀ ਸਤਿਕਾਰ ਕਰਦਾ ਹਾਂ। ਅਤੀ ਸਤਿਕਾਰ ਨੂੰ ਕਿਸ ਭਾਵ 'ਚ ਕਿਹਾ ਵੀ ਉਹਦੇ ਪੈਰ ਦੀ ਜੁੱਤੀ ਬਣਾਉਣ ਵਾਸਤੇ ਮੇਰੇ ਤਨ ਦਾ ਚੰਮ ਵਰਤ ਲਓ। ਇਹ ਜਾਨੀ ਕਿ ਪੋਇਟਰੀ ਹੈ, ਕਾ ਭਾਸ਼ਾ ਹੈ। ਜਿਵੇਂ ਕਿ ਗੁਰਬਾਣੀ 'ਚ ਲਿਖਿਆ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਹਿੰਦੇ ਕੋਈ ਮਾਲਕ ਦੀ ਗੱਲ ਸੁਣਾਵੇ ਉਹਨੂੰ ਕੀ ਦੇਣਾ ਚਾਹੀਦਾ? ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਗੁਰੂ ਨਾਨਕ ਬਾਬਾ ਜੀ ਕਹਿੰਦੇ ਕੀ ਦੇਣਾ ਚਾਹੀਦਾ ਉਹਨੂੰ? ਕਹਿੰਦੇ ਉਹਨੂੰ ਦਿਓ ਸਿਰ ਵੱਢ ਕੇ ਬੈਠਣ ਨੂੰ। ਸੀਸ ਵੱਡੇ ਕਰ ਬੈਸਣ ਦੀਜੈ, ਬੈਠਣ ਵਾਸਤੇ ਉਹਨੂੰ ਸਿਰ ਵੱਢ ਕੇ ਦਿਓ ਵੀ ਇਹ ਤੇ ਬਹਿ ਕੇ ਸੁਣਾ ਭਾਈ ਮੈਨੂੰ। ਬਿਨ ਸਿਰ ਸੇਵ ਕਰੀਜੈ, ਕਹਿੰਦੇ ਜਦੋਂ ਉਹਨੇ ਸਮਾਪਤੀ ਕਰ ਦਿੱਤੀ, ਸੁਣਾ ਹਟਿਆ, ਫਿਰ ਬਿਨਾਂ ਸਿਰ ਤੋਂ ਉਹਦੀ ਸੇਵਾ ਕਰਨ। ਹੁਣ ਕੀ ਸਿਰ ਵੱਢ ਕੇ ਦਿੱਤਾ ਜਾ ਸਕਦਾ? ਦੱਸੋ। ਭਾਵ ਅੱਖਰੀ ਅਰਥ ਨਹੀਂ ਹੁੰਦੇ ਨਾ, ਕਾ ਭਾਸ਼ਾ ਦੇ। ਗੁਰਬਾਣੀ 'ਚ ਲਿਖਿਆ ਕੋਈ ਰੱਬ ਦੀ ਗੱਲ ਸੁਣਾਵੇ ਉਹਨੂੰ ਸਿਰ ਵੱਢ ਕੇ ਦੇ ਵੀ ਇਹ ਤੇ ਬਹਿ ਕੇ ਸੁਣਾ ਮੈਨੂੰ, ਮੂਹੜਾ ਬਣਾ ਦੇ ਉਹਨੂੰ। ਤਾਂ ਤੇ ਫਿਰ ਸੁਣੂ ਕੌਣ? ਸਿਰ ਵੱਢ ਕੇ ਦਿੱਤਾ ਤੇ ਸਿਰ ਵੱਢ ਕੇ ਸੇਵਾ ਕੌਣ ਕਰੂ? ਭਾਵ ਅਰਥ ਲੈਣਾ ਹੁੰਦਾ। ਭਾਵ ਕਿ ਕੋਈ ਪ੍ਰਮਾਤਮਾ ਦੀ ਗੱਲ ਸੁਣਾਵੇ, ਆਪਣੇ ਹੰਕਾਰ ਦਾ ਸਿਰ ਵੱਢ ਕੇ ਉਹਨੂੰ ਦੇ ਦੇ, ਭਾਵ ਕਿ ਉਹਨੂੰ ਆਪਣੇ ਤੋਂ ਉੱਤਮ ਜਾਣ। ਬੋਲੋ ਸਤਨਾਮ। ਆਹ ਭਾਵ ਹੈ ਬਸ। ਵੀ ਕੋਈ ਰੱਬ ਦੀ ਗੱਲ ਸੁਣਾਵੇ, ਸਤਸੰਗ ਵਿੱਚ ਆ ਕੇ ਸਤਸੰਗੀਆਂ ਦੇ ਵਿੱਚ ਹੰਕਾਰ ਰਹਿਤ ਹੋ ਕੇ ਬੈਠੀਏ ਤੇ ਪ੍ਰਮਾਤਮਾ ਦੀ ਗੱਲ ਸੁਣਾਉਣ ਵਾਲੇ ਨੂੰ ਆਪਣੇ ਤੋਂ ਉੱਤਮ ਜਾਣੀਏ। ਭਾਵ ਅਰਥ ਹੈ ਆਪਣੇ ਹੰਕਾਰ ਦਾ ਸਿਰ ਵੱਢ ਕੇ ਦੇਣਾ। ਭਾਵ ਕਿ ਸਤਸੰਗ 'ਚ ਆਪਾਂ ਸਾਰਿਆਂ ਨੇ ਈਗੋਲੈਸ ਹੋ ਕੇ ਆਉਣਾ, ਹੰਕਾਰ ਰਹਿਤ ਹੋ ਕੇ ਆਉਣਾ, ਜ਼ੀਰੋਆਈਜ਼ ਹੋ ਕੇ ਆਉਣਾ, ਤੁੱਛ ਹੋ ਕੇ ਆਉਣਾ ਕਹਿ ਲਓ। ਹੁਣ ਭਾਵ ਅਰਥ ਉਹਦਾ ਕਿਹੜਾ ਸਿਰ ਦੇਣਾ? ਹੰਕਾਰ ਵਾਲਾ। ਗੁਰੂ ਦੇ ਦਰ ਤੇ ਆਉਣਾ, ਈਗੋ ਲੈ ਕੇ ਨਹੀਂ ਆਉਣਾ। ਤਾਂ ਤੇ ਇੱਦਾਂ ਇਹ ਗੱਲਾਂ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਆ। ਉਹ ਜੋ ਆਪਾਂ ਮੂਲ ਸ਼ਬਦ ਪੜ੍ਹਿਆ ਉੱਥੇ ਜੋ ਗੱਲ ਚੱਲ ਰਹੀ ਸੀ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਹੁਣ ਇਹ ਨਹੀਂ ਹੁੰਦਾ ਵੀ ਪੈਰਾਂ ਦੇ ਉੱਤੇ ਜੀਭ ਲਾਉਣੀ ਹੈ, ਨਹੀਂ। ਭਾਵ ਕਿ ਅਤੀ ਸਤਿਕਾਰ ਕਰਾਂ ਜੋ ਉਹ ਸੱਚ ਸਰੂਪ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ, ਜੋ ਮਾਲਕ ਦੇ ਪਿਆਰੇ। ਸ਼ੇਖ ਫਰੀਦ ਸਾਹਿਬ ਕਹਿੰਦੇ ਮੈਂ ਉਹਨਾਂ ਦਾ ਅਤੀ ਸਤਿਕਾਰ ਕਰਦਾ ਹਾਂ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਮਾਲਕ ਜੀ, ਖੁਦਾ ਜੀ ਤੇਰੀ ਹੀ ਓਟ ਹੈ। ਇੱਥੇ ਪਾਠ ਪਨਾਹ ਕਰਨਾ, ਜਿਹੜੇ ਵੀਰ ਬਾਣੀ ਪੜ੍ਹਦੇ ਆ ਭੈਣ ਭਰਾ ਨੋਟ ਕਰ ਲਿਓ। ਪਨਾਹ ਪੱਪੇ ਨੂੰ ਰੋਕ ਕੇ, ਪਨਾਹ ਪਾਠ ਨਹੀਂ ਕਰਨਾ, ਪਨਾਹ। ਜਿਵੇਂ ਗੁਨਾਹ ਪਾਠ ਕਰਦੇ ਹਾਂ ਨਾ, ਗੁਨਾਹ ਦਾ ਭਾਵ ਔਗਣ। ਕਈ ਗੁਨਾਹ ਪਾਠ ਕਰ ਦਿੰਦੇ ਆ, ਨਹੀਂ, ਗੁਨਾਹ ਗੱਗਾ ਰੋਕ ਕੇ ਬੋਲੋ, ਗੁਨਾਹ ਔਗਣ। ਇੱਦਾਂ ਇਹ ਪਨਾਹ ਪਾਠ ਹੈ। ਪਨਾਹ ਲੈ ਲਈ, ਓਟ ਲੈ ਲਈ ਕਹਿ ਲਓ। ਤੇਰੀ ਪਨਾਹ ਖੁਦਾਈ, ਖੁਦਾ ਜੀ ਮਾਲਕ ਜੀ ਤੇਰੀ ਹੀ ਓਟ ਹੈ। ਤੂੰ ਬਖਸ਼ੰਦਗੀ, ਤੁਸੀਂ ਹੀ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਆਪਾਂ ਨੂੰ ਸਿਖਾਇਆ ਨਾਲ ਨਾਲ। ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਮਾਲਕ ਜੀ ਮੈਨੂੰ ਬੰਦਗੀ ਦੀ ਖੈਰ ਪਾ ਦਿਓ, ਤੁਸੀਂ ਮਹਿਸੂਸ ਹੁੰਦੇ ਰਹੋ, ਤੁਹਾਡੀ ਯਾਦ ਬਣੀ ਰਹੇ, ਇਹ ਖੈਰ ਮੈਨੂੰ ਪਾ ਦਿਓ। ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਆਪਾਂ ਵੀ ਬੰਦਗੀ ਦੀ ਖੈਰ ਮੰਗੀਏ। ਮਾਲਕ ਜੀ ਮੇਰੇ ਵਿੱਚ ਤਾਕਤ ਨਹੀਂ ਮੈਂ ਤੁਹਾਨੂੰ ਯਾਦ ਕਰ ਸਕਾਂ, ਤੁਸੀਂ ਕਿਰਪਾ ਕਰੋ, ਤੁਸੀਂ ਆਪ ਹੀ ਆਪਣੀ ਬਖਸ਼ਿਸ਼ ਦੇ ਨਾਲ ਮਹਿਸੂਸ ਹੁੰਦੇ ਰਹੋ, ਤੁਹਾਡੀ ਯਾਦ ਬਣੀ ਰਹੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇੱਕ ਤਰਲਾ ਕਰਨਾ ਹੁੰਦਾ, ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਛ ਨਾ ਹੋਈ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਜਦੋਂ ਬਾਣੀ ਰਾਹੀਂ ਤਰਲਾ ਕਰਦੇ ਹਾਂ ਤਾਂ ਹੈਰਾਨ ਹੋ ਜਾਈਦਾ ਕਿ ਅੰਦਰੋਂ ਹੀ ਮਾਲਕ ਦੀ ਯਾਦ ਬਣਦੀ ਹੈ, ਇੱਕ ਭਾਵ ਬਣਦਾ ਹੈ। ਸੋ ਇੱਥੇ ਵੀ ਖੈਰ ਮੰਗੀ, ਆਪਾਂ ਵੀ ਮੰਗੀ, ਆਪਾਂ ਨੂੰ ਸਿਖਾਇਆ ਸ਼ੇਖ ਫਰੀਦ ਖੈਰ ਦੀਜੈ ਬੰਦਗੀ।
ਸ਼ਬਦ ਦੀ ਵਿਚਾਰ ਸੰਪੂਰਨ ਹੋਈ। ਆਓ ਜੋ ਪਿੱਛੋਂ ਤੋਂ ਲੈ ਕੇ ਆਪਣਾ ਪ੍ਰਕਰਨ ਚੱਲ ਰਿਹਾ ਹੈ, ਜਿਹੜੇ ਲਗਾਤਾਰ ਪਹਿਲਾਂ ਸੁਣੇ ਨੇ ਪ੍ਰੋਗਰਾਮ, ਤਾਂ ਤੇ ਗੱਲ ਚੱਲ ਰਹੀ ਸੀ ਕਿ ਮਨ ਕਰਕੇ ਗੁਰੂ ਵਾਲੇ ਬਣਨਾ ਹੈ। ਇਹ ਪ੍ਰਕਰਨ ਕਈ ਦਿਨਾਂ ਤੋਂ ਚੱਲ ਰਿਹਾ ਹੈ। ਤਾਂ ਤੇ ਆਓ ਇੱਥੋਂ ਤੱਕ ਗੱਲ ਹੋ ਚੁੱਕੀ ਹੈ ਕਿ ਮਨ ਕਰਕੇ ਬਾਣੀ ਦੀ ਇੱਕ ਗੱਲ ਨੂੰ ਮੰਨਣਾ ਹੈ ਤੇ ਕਛਹਿਰੇ ਦੀ ਰਹਿਤ ਨੂੰ ਮਨ ਦੇ ਵਿੱਚ ਵਸਾਉਣਾ ਹੈ, ਕਿ ਉਹ ਧਰਮ ਦਾ ਸੰਬੰਧ ਮਨ ਦੇ ਨਾਲ ਹੈ। ਮਨ ਨੇ ਗੁਰੂ ਵਾਲੇ ਬਣਨਾ ਹੈ। ਕਿਵੇਂ ਕਛਹਿਰੇ ਦੀ ਰਹਿਤ ਨੂੰ ਮਨ 'ਚ ਵਸਾਉਣਾ ਹੈ, ਕਛਹਿਰੇ ਵਾਲਿਆਂ ਦਾ ਕੀ ਇਤਿਹਾਸ ਹੈ, ਇਹ ਆਪ ਪਿਛਲੀ ਹਾਜ਼ਰੀ ਵਿੱਚ ਸੁਣ ਚੁੱਕੇ ਹੋ, ਜੋ ਕੱਲ੍ਹ ਸ਼ਾਮਾਂ ਨੂੰ ਦਿਵਾਉਣ ਲੱਗਿਆ ਸੀ। ਹੁਣ ਆਪਾਂ ਅੱਜ ਗੱਲ ਕਰਾਂਗੇ ਕੜਾ। ਕੜਾ ਪਹਿਨੇ ਕਕਾਰ ਹੈ। ਕਕਾਰ ਦੀ ਰਹਿਤ ਨੂੰ ਅਸੀਂ ਮਨ ਦੇ ਵਿੱਚ ਲੈ ਜਾਣਾ। ਹੱਥਾਂ ਦਾ ਬੜਾ ਵੱਡਾ ਰੋਲ ਹੈ ਜ਼ਿੰਦਗੀ ਦੇ ਵਿੱਚ। ਸੋ ਕੜਾ ਪਹਿਨ ਕੇ ਪਹਿਲਾਂ ਤਾਂ ਐਲਾਨ ਇਹ ਹੈ ਵੀ ਅਸੀਂ ਬੁਰੇ ਕੰਮ ਛੱਡ ਦਿੱਤੇ ਹੈ। ਬੁਰੇ ਕੰਮ ਛੱਡ ਦਿੱਤੇ ਹੈ, ਐਲਾਨ ਹੈ। ਤਾਂ ਬੁਰੇ ਕੰਮ ਛੱਡ ਕੇ ਕੜਾ ਪਾਇਆ, ਬੁਰੇ ਕੰਮ ਛੱਡ ਦਿੱਤੇ ਹੈ। ਤੇ ਇਹਨਾਂ ਹੱਥਾਂ ਦੇ ਨਾਲ ਜਿੰਨਾ ਵੀ ਹੋ ਸਕੇ ਅਸੀਂ ਸ਼ੁਭ ਕੰਮ ਕਰਦੇ ਹਾਂ। ਕੜਾ ਨਹੀਂ, ਹੱਥ ਕੜੀਆਂ ਮਾਰੀਆਂ ਨੇ। ਇਹਨਾਂ ਹੱਥਾਂ ਦਾ ਬੜਾ ਵੱਡਾ ਰੋਲ ਜ਼ਿੰਦਗੀ 'ਚ। ਜਿਵੇਂ ਕਿ ਆਪਾਂ ਕਹਿ ਲਓ ਵੀ ਹੱਥ ਲਿਖਣ ਦੀ ਕਾਰ ਕਰਦੇ ਹੈ। ਦੇਖੋ ਇਹੀ ਹੱਥ ਹੈ, ਜੇ ਗਲਤ ਲਿਖਤ ਲਿਖਦੇ ਨਾ, ਆ ਜਿਵੇਂ ਕਿ ਕਈਆਂ ਨੇ ਲੱਚਰ ਨਾਵਲ ਲਿਖੇ, ਗੰਦੀਆਂ ਲਿਖਤਾਂ ਲਿਖੀਆਂ, ਕਿੰਨੀ ਜਵਾਨੀ ਪੱਟ ਦਿੱਤੀ। ਹੁਣ ਉਹ ਵੀ ਆਪਣੇ ਆਪ ਨੂੰ ਲਿਖਾਰੀ ਕਹਾਉਂਦਾ ਹੈ ਜਿਹਦੀਆਂ ਲਿਖਤਾਂ ਨੇ ਜਵਾਨੀ ਪੱਟਤੀ। ਇਹ ਜੇ ਲਿਖਾਰੀ ਨੂੰ ਗੁਰਬਾਣੀ ਦੇ ਵਿੱਚ ਬੜੀ ਲਾਹਨਤ ਪਾਈ ਹੈ। ਕਾਲਮ ਜਲੋ ਸਾਨਮਾ ਸਵਾਣੀਏ, ਕਾਗਤ ਵੀ ਜਲ ਜਾਓ। ਲਿਖਣ ਵਾਲਾ ਜਲ ਵਾਲੋ, ਜਿਨ ਲਿਖਿਆ ਦੂਜਾ ਪਾਓ। ਗੁਰੂ ਸਾਹਿਬ ਨੇ ਬੜੀ ਸਖਤ ਚੋਟ ਮਾਰੀ ਹੈ। ਇਹ ਗਿਆਨ ਦੇ ਹਥੌੜੇ ਨੇ ਗੁਰਬਾਣੀ। ਗੁਰਬਾਣੀ ਕਿਸੇ ਨੂੰ ਜਲੀਲ ਨਹੀਂ ਕਰਦੀ, ਗੁਰਬਾਣੀ ਜਾਗਰਤ ਕਰਦੀ ਹੈ। ਹਾਂ, ਗਿਆਨ ਦੇ ਹਥੌੜੇ ਜਦੋਂ ਪੈਂਦੇ ਆ ਨਾ, ਫਿਰ ਗੁਰਬਾਣੀ ਦੇ ਗਿਆਨ ਦੇ ਹਥੌੜੇ ਸਾਡਾ ਚਿੱਬ ਕੱਢ ਦਿੰਦੇ ਆ, ਬੁਰਾਈਆਂ ਰੂਪੀ ਚਿੱਬ। ਸੱਚ ਤਿੱਖਾ ਹੁੰਦਾ, ਸੱਚ ਰੁੱਖਾ ਨਹੀਂ ਹੁੰਦਾ। ਤਾਂ ਤੇ ਗੁਰੂ ਜੀ ਕਹਿੰਦੇ ਇਹੋ ਜੀ ਕਲਮ ਜਲ ਜਾਵੇ। ਕਲਮ ਜਲੋ ਸਾਨਮਾ ਸਵਾਣੀਏ, ਸਿਆਹੀ ਵਾਲੀ ਦਵਾਤ ਦੇ ਸਮੇਤ। ਕਾਗਜ਼ ਵੀ ਜਲ ਜਾਓ, ਇਹੋ ਜਿਹੇ ਕਾਗਜ਼ ਵੀ ਮੱਚ ਜਾਣ। ਲਿਖਣ ਵਾਲਾ ਜਲ ਮਲੋ ਬਲੋ, ਇਹੋ ਜਿਹਾ ਲਿਖਾਰੀ ਮੱਚ ਜਾਵੇ। ਲਿਖਾਰੀ ਵੀ ਮੱਚ ਜੇ, ਇਹੋ ਜਿਹਾ ਜਿਹਦੀਆਂ ਲਿਖਤਾਂ ਨੇ ਮਨੁੱਖਤਾ ਨੂੰ ਵਿਗਾੜ ਦਿੱਤਾ, ਜਵਾਨੀ ਪੱਟ ਦਿੱਤੀ। ਲਿਖਣ ਵਾਲਾ ਜਲ ਵਲੋ, ਜਿਨ ਲਿਖਿਆ ਦੂਜਾ ਭਾਉ। ਜਿਹਨੇ ਦੂਜਾ ਭਾਉ ਮਾਇਆ ਦੇ ਪਿਆਰ ਵਿੱਚ ਲਿਖਿਆ। ਵੀ ਇਹ ਮਾਲ ਵੱਧ ਵੇਚਦਾ। ਕਹਿੰਦੇ ਬਾਣੀ ਦੇ ਅਰਥ ਕਹਿੰਦੇ ਕੋਈ ਪੜ੍ਹਦਾ ਜੀ, ਕਹਿੰਦੇ ਆਹ ਲਿਖੋ, ਕਹਿੰਦੇ ਦੇਖੋ ਤੁਸੀਂ ਜਵਾਨੀ ਕਿਵੇਂ ਖਰੀਦਦੀ ਹੈ। ਗੁਰਬਾਣੀ ਦੇ ਫੈਸਲੇ ਆ। ਜਿਹਨੇ ਮਾਇਆ ਦੇ ਪਿਆਰ ਵਿੱਚ ਐਸਾ ਕੁਛ ਲਿਖਿਆ, ਪਤਾ ਉਹਨੂੰ ਵੀ ਮੈਂ ਗਲਤ ਲਿਖ ਰਿਹਾ, ਪਰ ਜਿਹਨੇ ਮਾਇਆ ਦੇ ਪਿਆਰ ਵਿੱਚ ਐਸਾ ਕੁਛ ਲਿਖਿਆ, ਮੱਚ ਜੇ ਇਹੋ ਜਿਹਾ ਲਿਖਾਰੀ। ਮੱਚ ਜੇ ਇਹੋ ਜਿਹਾ ਲਿਖਾਰੀ ਜਿਹੜਾ ਮਾਇਕੀ ਲਾਭ ਨੂੰ ਮੁੱਖ ਰੱਖ ਕੇ ਲਿਖਦਾ ਹੈ। ਬੋਲੋ ਸਤਿਨਾਮ। ਦੇਖੋ ਬਾਣੀ ਦੇ ਫੈਸਲੇ। ਜਿਹੜਾ ਦੂਜੇ ਭਾਉ 'ਚ ਲਿਖਦਾ, ਮੱਚ ਜੇ ਇਹੋ ਜਿਹਾ। ਇੱਦਾਂ ਦੇਖੋ, ਇਹ ਹੱਥਾਂ ਦੀ ਕਾਰ ਹੈ ਨਾ, ਗਲਤ ਕਾਰ ਕੀਤੀ ਹੱਥਾਂ ਨੇ, ਤੇ ਦੇਖੋ ਕਿੰਨੀ ਲਾਹਨਤ ਮਿਲ ਗਈ। ਇਹੀ ਹੱਥ ਸੱਚ ਲਿਖਣ ਤਾਂ ਗੁਰੂ ਜੀ ਕਹਿੰਦੇ ਧੰਨ ਲਿਖਾਰੀ ਨਾਨਕਾ, ਜੇ ਨਾਮ ਲਿਖਾਇਆ ਸੱਚ। ਧੰਨ ਲਿਖਾਰੀ ਹੈ। ਕਹਿਣ ਦਾ ਭਾਵ ਕੀ ਹੈ? ਹੁਣ ਕੜੇ ਦੀ ਰਹਿਤ ਹੈ ਵੀ ਜੇ ਹੱਥਾਂ ਨਾਲ ਅਸੀਂ ਕੁਝ ਲਿਖਦੇ ਵੀ ਹਾਂ ਤਾਂ ਸੱਚ ਲਿਖ। ਇਹਨਾਂ ਹੱਥਾਂ ਦੇ ਨਾਲ ਕਲਮ ਫੜੀ ਹੈ ਤਾਂ ਝੂਠ ਨਾ ਲਿਖੀ। ਕਿਸੇ ਗਲਤ ਥਾਂ ਤੇ ਗਵਾਹੀ ਨਾ ਪਾਈ, ਵਿਟਨੈਸ ਨਾ ਪਾਈ ਇਹਨਾਂ ਹੱਥਾਂ ਦੇ ਨਾਲ। ਕੜਾ ਕਹਿੰਦਾ ਇਹ ਕੜੇ ਦੀ ਰਹਿਤ ਨੂੰ ਮਨ 'ਚ ਰੱਖ। ਜੇ ਤਾਂ ਕੜਾ ਮਨ ਵਿੱਚ ਚਲਿਆ ਗਿਆ, ਮਨ ਕੜੇ ਦੀ ਰਹਿਤ, ਤਾਂ ਧਰਮ ਹੈ। ਜੇ ਕੜੇ ਦੀ ਰਹਿਤ ਮਨ 'ਚ ਨਹੀਂ ਤਾਂ ਤੂੰ ਪੰਜ ਪਾ ਕੇ ਖੜਕਾਉਂਦਾ ਫਿਰ ਭਾਵੇਂ। ਕੱਲਾ ਕੜਾ ਪਾ ਕੇ ਧਰਮ ਹੀ ਨਹੀਂ ਬਣਿਆ ਜੇ ਕੜੇ ਦੀ ਰਹਿਤ ਤੇਰੇ ਮਨ ਵਿੱਚ ਨਹੀਂ। ਤਾਂ ਤੇ ਇਹਨਾਂ ਹੱਥਾਂ ਦੇ ਨਾਲ ਕਿਸੇ ਗਰੀਬ ਮਜਲੂਮ ਤੇ ਵਾਰ ਨਹੀਂ ਕਰਨਾ ਹੱਥਾਂ ਦੇ ਨਾਲ, ਯਾਨੀ ਕਿ ਕੋਈ ਗਲਤ ਹੱਥਾਂ ਦੇ ਨਾਲ ਕੰਮ। ਜਿੰਨਾ ਹੋ ਸਕੇ ਸ਼ੁਭ ਕੰਮ ਕਰਨਾ ਹੈ। ਸ਼ੁਭ ਕੰਮ ਜੇ ਲਿਖਣ ਲੱਗਿਆ ਤਾਂ ਸੱਚ ਲਿਖ। ਇਹਨਾਂ ਹੱਥਾਂ ਨਾਲ ਸੇਵਾ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਵੈਸਣ ਪਾਈਐ, ਕਹੋ ਨਾਨਕ ਬਾਂਹ ਲੁੜਾਈਐ। ਦੁਨੀਆ ਵਿੱਚ ਵਿਚਰਦੇ ਹਾਂ, ਜੋ ਵੀ ਹੋ ਸਕੇ ਭਲੇ ਦਾ ਕੰਮ, ਕੋਈ ਸਮਾਜ ਭਲਾਈ ਦਾ ਕੰਮ, ਕਿਸੇ ਕੁਦਰਤੀ ਆਫਤ ਦੇ ਦੌਰਾਨ ਸੇਵਾ। ਜਿਵੇਂ ਹੁਣ ਬੜੀ ਗੁਰਸਿੱਖਾਂ ਨੇ ਸੇਵਾ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ। ਤਾਂ ਤੇ ਇੱਦਾਂ ਇਹਨਾਂ ਹੱਥਾਂ ਦੇ ਨਾਲ ਕਰਨਾ ਤਾਂ ਕੋਈ ਸੇਵਾ ਦਾ ਕੰਮ ਕਰ, ਭਲੇ ਦਾ ਕੰਮ ਕਰ। ਇਹ ਕੜਾ ਕੀ ਕਹਿੰਦਾ ਵੀ ਇਹ ਸੇਵਾਦਾਰ ਹੈ, ਇਹ ਭਲਾ ਕੰਮ ਕਰਦਾ ਹੈ। ਇਹਨਾਂ ਹੱਥਾਂ ਦੇ ਨਾਲ ਗੁਰੂ ਕੀ ਸੰਗਤ ਸੇਵਾ, ਕਿਉਂ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ।
ਇਹਨਾਂ ਹੱਥਾਂ ਦੇ ਨਾਲ ਪਰਿਵਾਰ ਦੇ ਵਿੱਚ ਪਰਿਵਾਰਕ ਫਰਜ਼ ਪੂਰੇ ਕਰਦੇ ਹਾਂ ਆਪਾਂ। ਬੱਚਿਆਂ ਦੀ ਪਾਲਣਾ ਕੀ ਸਮਝ ਕੇ ਕਰਨੀ ਹੈ? ਪਰਮਾਤਮਾ ਨੇ ਮੇਰੀ ਡਿਊਟੀ ਲਾਤੀ ਹੈ, 2-3 ਬੱਚੇ ਤੈਂ ਪਾਲਣੇ ਹੈ। ਗਿਆਨਵਾਨ ਪੁਰਸ਼ ਨੂੰ ਮੋਹ ਜਾਲ ਨਹੀਂ ਹੁੰਦਾ ਨਾ, ਉਹਦਾ ਧਿਆਨ ਪਰਮਾਤਮਾ ਤੇ ਹੈ। ਉਹਦੇ ਲਈ ਤਾਂ ਬੱਚੇ ਪਾਲਣੇ ਵੀ ਰੱਬ ਦਾ ਹੁਕਮ ਹੈ। ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਇੱਦਾਂ ਇਹਨਾਂ ਹੱਥਾਂ ਦੇ ਨਾਲ ਪਰਿਵਾਰਕ ਫਰਜ਼ ਪੂਰੇ ਕਰਨੇ, ਇਹ ਵੀ ਰੱਬ ਜੀ ਦਾ ਹੁਕਮ ਹੈ। ਬੱਚਿਆਂ ਦੀ ਪਾਲਣਾ ਰੱਬ ਦਾ ਹੁਕਮ ਹੈ, ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ। ਇਸ ਕਰਕੇ ਇਹਨਾਂ ਹੱਥਾਂ ਦੇ ਨਾਲ ਜੋ ਕਰਨਾ, ਕਹਿਣ ਦਾ ਭਾਵ ਕੜੇ ਦੀ ਰਹਿ ਤੇ ਗੱਲ ਚੱਲ ਰਹੀ ਹੈ। ਇਹਨਾਂ ਹੱਥਾਂ ਨਾਲ ਸੰਗਤ ਸੇਵਾ ਵੀ ਕਰ, ਸਮਾਜ ਵਿੱਚ ਸੇਵਾ ਵੀ ਕਰ, ਪਰਿਵਾਰਕ ਫਰਜ਼ ਵੀ ਬੜੇ ਸੋਹਣੇ ਢੰਗ ਨਾਲ ਪੂਰੇ ਕਰ। ਤਾਂ ਤੇ ਇਹ ਕੜੇ ਦੀ ਰਹਿਤ ਹੈ, ਅਸੀਂ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖਣੀ ਹੈ। ਬੁਰਾ ਕੰਮ ਜ਼ਿੰਦਗੀ 'ਚ ਨਹੀਂ ਕਰਨਾ। ਹੱਥਾਂ ਦਾ ਬਹੁਤ ਵੱਡਾ ਰੋਲ ਹੈ ਜ਼ਿੰਦਗੀ ਵਿੱਚ। ਤਾਂ ਤੇ ਫਿਰ ਨਾਲ ਕੜਾ ਵਹਿਮਾਂ ਭਰਮਾਂ ਤੋਂ ਮੁਕਤੀ, ਸਾਰੇ ਵਹਿਮਾਂ ਭਰਮਾਂ ਤੋਂ ਮੁਕਤੀ। ਪਿਛਲੀ ਹਾਜ਼ਰੀ 'ਚ ਵੀ ਗੱਲ ਹੋ ਗਈ ਸੀ। ਕੜਾ ਕਹਿੰਦਾ ਹੈ ਵੀ ਇਹ ਸਾਰੇ ਵਹਿਮਾਂ ਭਰਮਾਂ ਤੋਂ ਮੁਕਤ ਹੈ। ਸਾਰੇ ਜੋ ਪੁਜਾਰੀ ਨੇ ਭਰਮ ਪਾਏ, ਪਾਂਡਾਬਾਦ ਨੇ ਭਰਮ ਪਾਏ, ਸਾਰੇ ਵਹਿਮਾਂ ਭਰਮਾਂ ਤੋਂ ਅਸੀਂ ਮੁਕਤ ਹਾਂ। ਵੀ ਰਾਸ਼ੀ ਫਲ ਹੁੰਦਾ, ਜੋਤਿਸ਼ ਹੁੰਦਾ, ਜਾਂ ਨਜ਼ਰ ਲੱਗਦੀ ਹੈ ਕੋਈ, ਜਾਂ ਕਿਸੇ ਨੂੰ ਭੂਤ ਪ੍ਰੇਤ ਚੁੰਬੜਦਾ ਨਾ, ਇਹ ਜਿਹੇ ਭਰਮ ਅਸੀਂ ਨਹੀਂ ਮੰਨਦੇ। ਕੋਈ ਭੂਤ ਪ੍ਰੇਤ ਕਿਸੇ ਨੂੰ ਚੁੰਬੜਦਾ ਨਹੀਂਗਾ। ਮਨ ਦੇ ਤਲ ਤੇ ਹੀ ਮਨੁੱਖ ਭੂਤ ਪ੍ਰੇਤ ਬਣ ਜਾਂਦਾ ਹੈ, ਸੱਚ ਨਾਲੋਂ ਟੁੱਟ ਕੇ ਭਟਕ ਜਾਂਦਾ ਹੈ ਨਾ। ਭੂਤ ਪ੍ਰੇਤ ਕਿੱਥੇ ਹੈ? ਮਨ ਦੇ ਤਲ ਤੇ। ਬਾਹਰੋਂ ਨਹੀਂ ਕਿਸੇ ਨੂੰ ਭੂਤ ਪ੍ਰੇਤ ਚੁੰਬੜਦਾ। ਸੁਚੇਤ ਰਹੋ, ਇੱਕ ਮਹਿਕਮਾ ਚੱਲਦਾ ਹੈ ਜਿਹਨੂੰ ਯਾਨੀ ਕਿ ਬੜਭਾਗ ਕਹਿੰਦੇ ਆ। ਇਹਨਾਂ ਨੇ ਬੜੀ ਦੁਨੀਆ ਲੁੱਟ ਕੇ ਖਾਧੀ। ਭੂਤਾਂ ਪ੍ਰੇਤਾਂ ਦੇ ਮਹਿਕਮੇ ਕਹਿੰਦੇ ਬੜਭਾਗ ਕੋਲੇ ਝੂਠੀ ਕਹਾਣੀ ਫੈਲਾ ਦਿੱਤੀ ਨਾ। ਲੋਕੀ ਝੂਠੀ ਕਹਾਣੀ ਬੜੀ ਛੇਤੀ ਮੰਨਦੇ ਆ, ਜਿਨ੍ਹਾਂ ਨੂੰ ਗੁਰਬਾਣੀ ਦੇ ਸੱਚ ਦਾ ਗਿਆਨ ਨਹੀਂ। ਤੇ ਝੂਠੀਆਂ ਕਹਾਣੀਆਂ ਦੇ ਪਿੱਛੇ ਇੱਥੋਂ ਤੱਕ ਲੱਗ ਜਾਂਦੀ ਹੈ ਦੁਨੀਆ। ਬਹੁਤੀ ਦੁਨੀਆ, ਸਾਰੀ ਨਹੀਂ, ਕੁਝ ਸੋਝੀ ਵਾਲੇ ਹੁੰਦੇ ਆ ਕਿ ਉਹ ਝੂਠੀ ਕਹਾਣੀ ਨੂੰ ਇੰਨਾ ਸੱਚ ਮੰਨ ਲੈਂਦੇ ਆ ਕਿ ਸੱਚੀ ਕਥਾ ਕਰਨ ਵਾਲੇ ਨਾਲ ਝਗੜਾ ਕਰਦੇ ਆ, ਝੂਠੀ ਕਹਾਣੀ ਨੂੰ ਮੰਨਦੇ ਆ। ਇਹ ਗੁਰਬਾਣੀ 'ਚ ਲਿਖਿਆ ਬਚਨ, 5ਵੇਂ ਪਾਤਸ਼ਾਹ ਦਾ ਬਚਨ ਹੈ। ਆਸਾ ਮਹਿਲਾ 5ਵਾਂ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲਗ ਗਾਥਾ। ਗੁਰੂ ਜੀ ਕਹਿੰਦੇ ਸੱਚੀ ਅੰਮ੍ਰਿਤ ਕਥਾ ਤਾਂ ਸੁਣੀ ਨਹੀਂ ਜਾਂਦੀ ਬਹੁਤੀ ਦੁਨੀਆ ਤੋਂ। ਤੁਸੀਂ ਪੁੱਛੋਗੇ ਵੀ ਆਹ ਗੱਲ ਕੀ ਬਣ ਗਈ, ਸੱਚੀ ਕਥਾ ਸੁਣੀ ਕਾਤੇ ਨਹੀਂ ਜਾਂਦੀ? ਬਸ ਇੱਕੋ ਹੀ ਗੱਲ ਹੈ, ਕਿਉਂਕਿ ਸੱਚ ਸਾਡੇ ਤੇ ਚੋਟ ਕਰਦਾ ਹੈ। ਹੈਮਰਿੰਗ ਕਾਹਦੇ ਵਾਸਤੇ? ਸਾਡੇ ਜੀਵਨ ਦੀ ਘਾਟ ਘੜਨ ਵਾਸਤੇ। ਸੱਚ ਦੀ ਚੋਟ ਜਲੀਲ ਕਰਨ ਵਾਸਤੇ ਨਹੀਂ ਹੁੰਦੀ। ਸੱਚ ਦੀ ਚੋਟ ਕਿਸੇ ਦਾ ਜੀਵਨ ਘੜਦੀ ਹੈ। ਹੁਣ ਸੱਚ ਦੇ ਥੌੜੇ ਤਾਂ ਉਹ ਚੱਲੂ ਆ ਜਿਹਨੇ ਆਪਣਾ ਜੀਵਨ ਕਢਵਾਉਣਾ। ਹੁਣ ਬਹੁਤੇ ਆਪਣਾ ਜੀਵਨ ਕਢਵਾਉਣਾ ਨਹੀਂ ਚਾਹੁੰਦੇ। ਉਹ ਕਹਿੰਦੇ ਜਿਹੇ ਜਿਹੇ ਅਸੀਂ ਹੈ ਉਹ ਜਿਹੀ ਰਹੀਏ, ਬਸ ਧਰਮ ਤਾਂ ਇੱਕ ਫਾਰਮੈਲਿਟੀ ਹੈ, ਬਸ ਧਰਮ ਹੀ ਕਹਾਉਂਦੇ ਰਹੀਏ। ਪਰ ਗੁਰਬਾਣੀ ਦਾ ਗਿਆਨ ਹੈ ਜਿਹੜਾ, ਇਹ ਥੌੜੇ ਮਾਰ ਕੇ ਸਾਡਾ ਜੀਵਨ ਘੜਦਾ ਹੈ। ਇਸ ਕਰਕੇ ਸੱਚੀ ਕਥਾ ਜਿਹੜੀ ਇਹ ਬਹੁਤੇ ਨਹੀਂ ਸੁਣ ਸਕਦੇ। ਇਹ ਫੈਸਲਾ ਗੁਰਬਾਣੀ ਦਾ ਹੀ ਹੈ ਜੀ, ਆਪਾਂ ਕੋਲੋਂ ਕੁਝ ਨਹੀਂ ਕਿਹਾ। ਤੇ ਗੁਰੂ ਸਾਹਿਬ ਕਹਿੰਦੇ ਸੱਚੀ ਕਥਾ ਸੁਣਨੀ ਤਾਂ ਕੀ ਹੈ? ਰਾਰ ਕਰਤ। ਰਾਰ ਝਗੜੇ ਨੂੰ ਕਹਿੰਦੇ, ਇਹਦੇ ਝਗੜਾ ਕਰਦੇ ਆ। ਰਾਰ ਕਰਤ ਝੂਠੀ ਲਗ ਗਾਥਾ। ਕਿਉਂ ਕਰਦੇ ਆ? ਝੂਠੀਆਂ ਕਹਾਣੀਆਂ ਦੇ ਨਾਲ ਜੁੜੇ ਹੋਏ। ਗਾਥਾ ਕਹਾਣੀਆਂ ਨੂੰ ਕਹਿੰਦੇ ਆ। ਜਿੰਨਾ ਵੀ ਡੇਰਾਵਾਦ ਬਾਬਾਵਾਦ ਹੈ, ਇਹ ਝੂਠੀਆਂ ਕਹਾਣੀਆਂ ਤੇ ਉਸਰਿਆ। ਹਰ ਬਾਬੇ ਦੇ ਨਾਲ 5-7 ਝੂਠੀਆਂ ਕਹਾਣੀਆਂ ਜੁੜੀਆਂ ਹੁੰਦੀਆਂ। ਕਿੱਦਾਂ ਦੀਆਂ? ਵੀ ਬਾਬਾ ਜੀ ਤੁਰੇ ਜਾਂਦੇ ਸੀ ਜੀ, ਕੌੜ ਤੁੰਬਿਆਂ ਦੀ ਵੱਲ ਨੂੰ ਪੈਰ ਲੱਗ ਗਿਆ ਜੀ, ਕੌੜ ਤੁੰਬੇ ਮਿੱਠੇ ਹੋ ਗਏ ਜੀ। ਬਾਬਾ ਜੀ ਦੀਵਾਨ ਲਾਉਣ ਜਾਂਦੇ ਸੀ ਜੀ, ਗੱਡੀ ਦਾ ਤੇਲ ਮੁੱਕ ਗਿਆ ਜੀ, ਬਾਬਾ ਜੀ ਕਹਿੰਦੇ ਪਾਣੀ ਪਾ ਲਓ, ਪਾਣੀ ਪਾ ਲਿਆ, ਪਾਣੀ ਤੇਲ ਬਣ ਗਿਆ। ਗੱਪ ਇਹ ਜੇ। ਬਾਬਾ ਜੀ ਨੇ ਪੂਰਨਮਾਸ਼ੀ ਨੂੰ ਸੇਬ ਦੇਤਾ ਜੀ, ਸਾਲ ਮਗਰੋਂ ਉਹਨਾਂ ਦੇ ਜੋੜੇ ਮੁੰਡੇ ਹੋ ਗਏ। ਇਹੋ ਜਿਹੇ ਗੱਪ ਹਰ ਬਾਬੇ ਨਾਲ ਜੁੜੇ ਹੁੰਦੇ ਨੇ। ਇੱਦਾਂ ਦੇ ਗੱਪ ਤਾਂ ਤੇ ਗੱਪ ਤੇ ਕੁਝ ਜਾਨੀ ਕਿ ਗੱਪ ਇੱਦਾਂ ਦੇ ਜਿਵੇਂ ਬੜਭਾਗੀਆਂ ਦਾ ਗੱਪ ਚੱਲ ਗਿਆ, ਡੇਰਾ ਚੱਲ ਗਿਆ। ਗੱਪ ਕੀ ਚਲਾਇਆ? ਇਹ ਗੱਪ ਕਹਾਣੀ ਹੈ। ਉਹ ਜੀ ਬੜਭਾਗ ਨੇ ਤਪੱਸਿਆ ਕੀਤੀ ਜੀ, ਉਹ ਬੜਭਾਗ ਨੇ ਫਿਰ ਜੀ ਨਾਰ ਸਿੰਘ ਵੀਰ ਵੱਸ 'ਚ ਕਰ ਲਿਆ। ਨਾਰ ਸਿੰਘ ਵੀਰ ਕਿਤੇ ਨਹੀਂ, ਕੋਈ ਨਾਰ ਸਿੰਘ ਵੀਰ ਦੀ ਕਿਤੇ ਕੋਈ ਹੋਂਦ ਨਹੀਂ। ਇਹ ਗੱਪ ਕਹਾਣੀ ਹੈ। ਉਹ ਜੀ ਹੁਣ ਨਾਰ ਸਿੰਘ ਵੀਰ ਜੀ ਹੁਣ ਬੜਭਾਗ ਦੇ ਹੁਕਮ ਦੇ ਵਿੱਚ ਚੱਲਦਾ ਹੈ ਤੇ ਉਹ ਨਾਰ ਸਿੰਘ ਭੂਤ ਫੜ ਕੇ ਲਿਆਉਂਦਾ ਹੈ। ਭੂਤ ਫੜ ਕੇ ਲਿਆਉਂਦਾ, ਕਹਿੰਦੇ ਚੁੰਬੜਾ ਹੋਏ ਉਹ ਨਾਰ ਸਿੰਘ ਫੜ ਕੇ ਲੈ ਜਾਂਦਾ ਸੀ। ਬੜਭਾਗ ਨੂੰ ਮੰਨੋ, ਕਹਿੰਦੇ ਬੜਭਾਗ ਨਾਰ ਸਿੰਘ ਦੀ ਡਿਊਟੀ ਲਾ ਦੂ। ਨਾਰ ਸਿੰਘ ਕਹਿੰਦੇ ਤੁਹਾਡਾ ਭੂਤ ਫੜ ਕੇ ਲੈ ਜਾਊ। ਗੱਪ ਚੱਲ ਗਿਆ, ਡੇਰਾ ਚੱਲ ਗਿਆ। ਐਸੇ ਗੱਪ ਤੇ ਡੇਰਾ ਉਸਰ ਗਿਆ ਕੱਡਾ ਵੱਡਾ, ਐਸੇ ਗੱਪ ਕਹਾਣੀ ਦੇ ਉੱਤੇ ਹੀ। ਤੇ ਉੱਥੇ ਸਾਡੀਆਂ ਧੀਆਂ ਭੈਣਾਂ ਸਿਰ ਘਕਾਉਂਦੀਆਂ ਫਿਰਦੀਆਂ, ਬੜੇ ਲੋਕ ਤੁਰੇ ਫਿਰਦੇ ਨੇ ਉੱਥੇ। ਉਹ ਗੰਦ ਪਾਇਆ ਉੱਥੇ, ਧੌਲੀ ਧਾਰ ਅਸ਼ਲੀਲਤਾ ਕੀ ਗੰਦ। ਤਾਂ ਤੇ ਕਹਿਣ ਦਾ ਭਾਵ ਕੀ ਹੈ? ਨਾ ਗਿਆਨ ਹੋਣ ਕਰਕੇ ਗੱਪ ਨੂੰ ਮੰਨ ਲਿਆ ਲੋਕਾਂ ਨੇ। ਹੁਣ ਜਿਹੜੇ ਇਸ ਗੱਪ ਨਾਲ ਜੁੜੇ ਹੋਏ ਹੈ ਵੀ ਨਾਰ ਸਿੰਘ ਨੂੰ ਵੱਸ 'ਚ ਕੀਤਾ, ਬੜਭਾਗ ਨੇ ਭੂਤ ਫੜ ਕੇ ਲਿਆਉਂਦਾ, ਉਹ ਤਾਂ ਬਾਣੀ ਦੀ ਸੱਚੀ ਕਥਾ ਕਰੀਏ, ਉਹ ਫਿਰ ਕੋਸ਼ਿਸ਼ ਕਰਦੇ ਝਗੜਾ ਕਰਨ ਦੀ।
ਇਦਾਂ ਕਹਿਣ ਦਾ ਭਾਵ, ਹੁਣ ਦੇਖੋ ਬਾਣੀ ਦਾ ਫੈਸਲਾ ਹੋ ਗਿਆ ਨਾ ਵੀ ਸੱਚੀ ਕਥਾ ਨਾਲ ਤਾਂ ਦੁਨੀਆ ਨੇ ਝਗੜਾ ਪਾਇਆ ਹੋਇਆ, ਝੂਠੀਆਂ ਕਹਾਣੀਆਂ ਦੇ ਪਿੱਛੇ ਦੁਨੀਆ ਲੱਗੀ ਹੋਈ ਹੈ। ਝੂਠੀ ਕਹਾਣੀ ਨੂੰ ਉਸੇ ਵੇਲੇ ਮੰਨ ਲਿਆ ਜਾਂਦਾ ਹੈ। ਇਸ ਕਰਕੇ ਭਾਈ ਝੂਠੀ ਕਹਾਣੀ ਨਾ ਮੰਨਿਆ ਕਰੋ, ਬਾਣੀ ਦੀ ਸੱਚੀ ਕਥਾ ਨੂੰ ਮੰਨੋ। ਹਾਂ, ਕੋਈ ਵੀ ਵਚਨ ਗੁਰਬਾਣੀ ਤੋਂ ਬਾਹਰ ਹੋਵੇ ਉਹ ਬਿਲਕੁਲ ਨਾ ਮੰਨੋ। ਇਸ ਕਰਕੇ ਹੁਣ ਸੱਚੀ ਕਥਾ ਸੁਣਾਵਾਂ, ਵਿੱਚੋਂ ਨੁਕਤਾ ਆ ਗਿਆ ਨਾ ਵੀ ਸੱਚੀ ਕਥਾ ਕਿਉਂ ਨਹੀਂ ਸੁਣੀ ਜਾਂਦੀ, ਕਿਉਂਕਿ ਹੁਣ ਗੁਰਬਾਣੀ ਕਹਿ ਰਹੀ ਹੈ ਮਾਇਆ ਮੋਹ ਪ੍ਰੇਤ ਹੈ। ਇਸ਼ਾਰਾ ਦੇਵਾਂ, ਜਿਹੜਾ ਪੈਸੇ ਦਾ ਪੁੱਤ ਹੈ, ਇੱਕ ਤਾਂ ਮਾਇਆ ਗੁਜਰਾਨ ਹੈ, ਲੋੜ ਮੁਤਾਬਕ ਆਪਾਂ ਸਾਰੀ ਕਮਾਉਣੇ ਹੈ। ਇੱਕ ਪੈਸੇ ਦਾ ਪੁੱਤ ਹੋ ਕੋਈ ਗਲਤ ਕੰਮ ਕਰੇ, ਮੋਹ ਦਾ ਭਾਵ ਹੁੰਦਾ ਅਟੈਚਮੈਂਟ, ਪਕੜ। ਇੱਕ ਜਿਹਨੂੰ ਮਾਇਆ ਦੀ ਪਕੜ ਹੈ, ਮਾਇਆ ਮੋਹ ਦੇ ਵਿੱਚ ਗਲਤ ਕੰਮ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਪ੍ਰੇਤ ਹੈ। ਇਸਤਰੀ ਪੁਰਸ਼ ਕੋਈ ਹੈ। ਹੁਣ ਮਨੁੱਖ ਸੱਚੀ ਕਥਾ ਕਿਉਂ ਨਹੀਂ ਸੁਣਦਾ? ਮਨੁੱਖ ਕਹਾਉਣ ਨੂੰ ਤਿਆਰ ਨਹੀਂ ਵੀ ਮੈਂ ਪ੍ਰੇਤ ਹਾਂ। ਉਹ ਕਹਿੰਦੇ ਨਾ ਜੀ, ਪ੍ਰੇਤ ਹੋਰ ਹੁੰਦੇ, ਆਪਾਂ ਨਹੀਂ ਕਥਾ ਸੁਣਨੀ, ਲੈ ਤਾਂ ਆਪਾਂ ਨੂੰ ਪ੍ਰੇਤ ਕਹੀ ਜਾਂਦੇ। ਹੁਣ ਜਿਹੜਾ ਪੈਸੇ ਦਾ ਪੁੱਤ ਹੈ ਉਹ ਕਥਾ ਨਹੀਂ ਸੁਣੂ, ਕਿਉਂਕਿ ਉਹਦਾ ਹੰਕਾਰ ਕਦੇ ਨਹੀਂ ਕਬੂਲ ਕਰੂ ਵੀ ਮੈਂ ਪ੍ਰੇਤ ਹਾਂ। ਉਹਦਾ ਹੰਕਾਰ ਕੀ ਕਹਿੰਦਾ, ਮੈਂ ਤਾਂ ਐਡਾ ਵੱਡਾ ਬੰਦਾ, ਇੰਨੀ ਪ੍ਰੋਪਰਟੀ, ਇੰਨੀ ਜਾਇਦਾਦ ਮੇਰੇ ਕੋਲ, ਇੰਨਾ ਬੈਂਕ ਬੈਲੈਂਸ ਹੈ। ਪ੍ਰੇਤ ਹੀ ਦੱਸਦੇ, ਆਪਾਂ ਨਹੀਂ ਸੁਣਦੇ ਕਥਾ। ਬੋਲੋ ਸਤਨਾਮ। ਇੱਕ ਬੰਦ ਕਰੋ ਕਥਾ, ਕਿੱਥੋਂ ਲੈਂਦੇ ਤੁਸੀਂ ਕਥਾ ਬਾਅਦ ਚ? ਉਹ ਅੱਗੇ ਵੀ ਸਿਫਾਰਿਸ਼ ਕਰੂਗਾ ਨਾ ਪ੍ਰਬੰਧਕ ਮੰਡਲ ਨੂੰ ਵੀ ਕਿੱਥੋਂ ਲੈਂਦੇ ਤੁਸੀਂ ਇਹ ਕਥਾ ਵਾਚਕ। ਜਾਂ ਪ੍ਰੇਤ ਤਾਂ ਹੋਰ ਹੁੰਦੇ ਹੈ, ਹੋਰ ਹੁੰਦੇ ਨੇ। ਹੁਣ ਦੇਖੋ ਇਸ ਗੱਲ ਵਿੱਚ ਉਹਨੂੰ ਜਾਣੀ ਕਿ ਸੁੱਖ ਮਿਲਦਾ ਹੈ ਜਦੋਂ ਵੀ ਪ੍ਰੇਤ ਤਾਂ ਕੋਈ ਹੋਰ ਹੁੰਦੇ ਨੇ, ਮੈਂ ਥੋੜਾ ਪ੍ਰੇਤ ਹਾਂ। ਪਰ ਜਦੋਂ ਗੁਰਬਾਣੀ ਕਹਿੰਦੇ ਤੂੰ ਹੈ ਪ੍ਰੇਤ ਪੈਸੇ ਦਾ ਪੁੱਤਾ, ਤੂੰ ਹੈ, ਹੋਰ ਕਿਹੜਾ। ਜਦੋਂ ਮਨੁੱਖ ਲਾਲਚ ਵਸ ਹੋ ਕੇ, ਜਿਹੜਾ ਵੀ ਮਨੁੱਖ ਦਾ ਅਰਥ ਹੁੰਦਾ ਮਾਨਸ ਦੇਹੀ, ਉਹ ਮਾਨਸ ਦੇਹੀ ਚਾਹੇ ਇਸਤਰੀ ਚਾਹੇ ਪੁਰਸ਼ ਹੈ, ਦੱਸਣਾ ਪੈਂਦਾ ਨਾ। ਜਦੋਂ ਵੀ ਕੋਈ ਵੀ ਮਨੁੱਖ ਪੈਸੇ ਦਾ ਪੁੱਤ ਬਣ ਕੇ ਗਲਤ ਕੰਮ ਕਰਦਾ ਹੈ, ਉਹ ਪ੍ਰੇਤ ਹੈ। ਬਾਣੀ ਦਾ ਫੈਸਲਾ, ਇਹ ਸੱਚੀ ਕਥਾ। ਜੇ ਨਹੀਂ ਲਿਖਿਆ ਤਾਂ ਤੁਸੀਂ ਦੱਸੋ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਜਿੱਤੇ ਕਾਮ ਹਾਵੀ ਹੋ ਗਿਆ ਉਹ ਵੀ ਪ੍ਰੇਤ ਹੈ। ਘਟਨਾਵਾਂ ਪੜ੍ਹਦੇ ਆਪਾਂ ਕਈ ਵਾਰ। ਕ੍ਰੋਧ ਹਾਵੀ ਹੋ ਗਿਆ, ਕ੍ਰੋਧੀ ਪ੍ਰੇਤ ਹੋ ਗਿਆ। ਹੰਕਾਰ ਹਾਵੀ ਹੋ ਗਿਆ, ਹੰਕਾਰੀ ਪ੍ਰੇਤ ਹੋ ਗਿਆ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਇਸ ਕਰਕੇ ਇਦਾਂ ਕਿਤੇ ਵਣ 'ਚ ਲਿਖਿਆ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਾਣ। ਬੁਰਾ ਕੰਮ ਕਰਕੇ ਲੋਕਾਂ ਤੋਂ ਭਾਵੇਂ ਲੁਕੋ ਲੇ, ਪਰ ਉਹ ਬੁਰਾਈ ਤਾਂ ਡਰਾਉਂਦੀ ਰਹਿੰਦੀ ਹੈ ਨਾ। ਜਦੋਂ ਕੋਈ ਬੁਰਾ ਕੰਮ ਕਰ ਲਿਆ, ਅੱਜ ਬੁਰਾ ਕੰਮ ਕੀਤਾ, ਅੱਜ ਹੀ ਰਾਤ ਦੀ ਨੀਂਦ ਹਰਾਮ ਹੋ ਗਈ, ਅੱਜ ਹੀ ਨਹੀਂ ਨੀਂਦ ਆਈ, ਭੁੱਖ ਲੱਗਣੋਂ ਹਟ ਗਈ। ਕਿਉਂ? ਡਰ ਦੇ ਨਾਲ ਪਾਚਨ ਪਾਣੀ ਤੇ ਅਸਰ ਪੈਂਦਾ ਨਾ, ਡਾਈਜੈਸਟਿਵ ਸਿਸਟਮ ਤੇ। ਮਨ ਵਿੱਚ ਡਰ ਪੈਦਾ ਹੋ ਜਾਵੇ, ਭੁੱਖ ਨਹੀਂ ਲੱਗਦੀ, ਆਪਾਂ ਨੂੰ ਪਤਾ ਹੀ ਹੈ, ਨੀਂਦ ਨਹੀਂ ਆਉਂਦੀ, ਕੜਲ ਪੈਂਦੇ ਆ, ਹਾਰਟ ਬੀਟਿੰਗ ਘਟਦੀ ਵੱਧਦੀ ਹੈ, ਬਲੱਡ ਪ੍ਰੈਸ਼ਰ ਥੱਲੇ ਉੱਤੇ ਹੁੰਦਾ। ਚੁੰਬੜ ਗਿਆ, ਕਿਹੜਾ ਭੂਤ ਚੁੰਬੜਿਆ? ਬੁਰਾਈ ਦਾ। ਹੋ ਗਈ ਕਸਰ। ਕਸਰ ਕਾਹਦੀ ਹੋਈ ਹੈ ਜੀ? ਤੁਹਾਡੀ ਬੁਰਾਈ ਦੀ ਕਸਰ ਹੋ ਗਈ ਤੁਹਾਨੂੰ। ਹੋਰ ਪ੍ਰੇਤ ਤਾਂ, ਹੋਰ ਭੂਤ ਪ੍ਰੇਤ ਕੋਈ ਨਹੀਂ, ਬੁਰਾਈ ਦਾ ਭੂਤ ਹੈ। ਬੁਰਾ ਕੰਮ ਕਰ ਲਿਆ, ਬੁਰਾਈ ਦਾ ਭੂਤ ਚੁੰਬੜ ਗਿਆ, ਨੀਂਦ ਉਹਨੂੰ ਹਟਾਤੀ। ਅੱਜ ਹੀ ਬੁਰਾ ਕੰਮ ਕੀਤਾ, ਅੱਜ ਹੀ ਨੀਂਦ ਹਰਾਮ ਹੋ ਗਈ ਰਾਤਾਂ ਦੀ, ਅੱਜ ਹੀ ਨਹੀਂ ਸੌਂ ਸਕਿਆ, ਅੱਜ ਹੀ ਪੁਲਿਸ ਦੇ ਖਿਆਲ ਆਉਣ ਲੱਗੇ, ਡਾਂਗਾਂ ਵਾਲਿਆਂ ਦੇ ਖਿਆਲ ਆਉਣ ਲੱਗੇ। ਤਾਂ ਤੇ ਇਦਾਂ ਕਹਿਣ ਦਾ ਭਾਵ ਇਹ ਗੱਲਾਂ ਅਸੀਂ ਸਮਝਣੀਆਂ। ਇਦਾਂ ਦੇ ਅਨੇਕਾਂ ਪ੍ਰਮਾਣ ਨੇ ਬਾਣੀ ਵਿੱਚ। ਹੋਰ ਲੈ ਲਓ, ਦੁੰਦਰ ਦੂਤ ਭੂਤ ਪੀ ਹਾਲੇ ਖਿੱਚੋ ਤਨ ਕਰੇ ਬੇਤਾਲੇ ਚੋਟ ਮਨੁੱਖ ਤੇ। ਜਿਹੜਾ ਸ਼ਾਮ ਨੂੰ ਭੈੜੀ ਸ਼ਕਲ ਬਣਾ ਕੇ ਨਸ਼ਈ ਹੋ ਕੇ ਘਰੇ ਆਉਂਦਾ ਹੈ, ਆ ਕੇ ਪਰਿਵਾਰ ਨੂੰ ਰੋਹ ਮਾਰਦਾ, ਖਿੱਚੋ ਤਨ ਕਰੇ ਬੇਤਾਲੇ, ਉਹ ਮਨੁੱਖ ਭੂਤ ਨਹੀਂ ਹੁੰਦੇ ਹੈ। ਜਿਹੜੇ ਨਸ਼ਈ ਹੋ ਕੇ ਭੈੜੀ ਸ਼ਕਲ ਬਣਾ ਕੇ ਸ਼ਾਮ ਨੂੰ ਘਰੇ ਆ ਕੇ ਰੋਹ ਮਾਰਦੇ ਹੈ। ਬਾਣੀ ਦਾ ਫੈਸਲਾ ਹੈ। ਹੁਣ ਨਸ਼ਈ ਸੱਚੀ ਕਥਾ, ਜੇ ਤਾਂ ਲੱਗ ਗਿਆ ਟੀਕਾ ਇਹ ਤਾਂ ਭੂਤ ਬਣਨਾ ਛੱਡ ਦੂ, ਨਸ਼ੇ ਛੱਡ ਦੂ। ਤੇ ਜੇ ਨਾ ਫਿੱਟ ਆਈ ਤਾਂ ਉਹ ਸੱਚੀ ਕਥਾ ਸੁਣਨ ਨੂੰ ਹਟ ਜੂ। ਉਹ ਕਹੂ ਨਾ ਜੀ ਇਹ ਤਾਂ ਕੋਈ ਹੋਰ ਭੂਤ ਹੁੰਦੇ ਨੇ, ਮੈਨੂੰ ਤਾਂ ਕੋਈ ਕਿਸੇ ਨੇ ਕੁਛ ਕਰਾਇਆ, ਕੋਈ ਭੂਤ ਜੀ ਆਉਂਦੀ ਹੈ, ਮੈਨੂੰ ਮੱਲੋ ਮੱਲੀ ਲੈ ਜਾਂਦੀ ਹੈ ਠੇਕੇ ਵੱਲ ਨੂੰ। ਉਹ ਕਹਿੰਦਾ ਮੈਂ ਥੋੜਾ ਭੂਤ, ਕਹਿੰਦਾ ਮੈਨੂੰ ਹੋਰ ਭੂਤ ਚੁੰਬੜਿਆ, ਮੈਨੂੰ ਕਿਸੇ ਨੇ ਕੁਛ ਕਰਾਤਾ। ਕਹਿੰਦੇ ਭੂਤ ਸ਼ਰਾਬ ਪੀਂਦੇ ਆ, ਕਹਿੰਦੇ ਮੈਨੂੰ ਤਾਂ ਭੂਤ ਲੈ ਜਾਂਦੇ ਠੇਕੇ ਵੱਲ ਨੂੰ, ਮੇਰੇ ਤਾਂ ਸਾਰੇ ਹੀ ਨਹੀਂ। ਕਹਿੰਦੇ ਉਹ ਵਰੀ ਹੋ ਗਿਆ, ਉਹ ਵਰੀ ਹੋ ਗਿਆ। ਪਰ ਗੁਰਬਾਣੀ ਕਹਿੰਦੀ ਆ ਤੂੰ ਭੂਤ ਹੈ, ਜਿਹੜਾ ਭੈੜੀ ਸ਼ੱਕ ਬਣਾ ਕੇ ਘਰੇ ਆ ਕੇ ਰੋਹ ਮਾਰਦਾ ਬੱਚਿਆਂ ਤੇ। ਹੈ ਨਾ ਸੱਚੀ ਕਥਾ। ਹੁਣ ਜਿਹਦੇ ਲੱਗ ਗਿਆ ਇਹ ਟੀਕਾ ਗਿਆਨ ਦਾ, ਥੋੜਾ ਵੱਜ ਗਿਆ ਜਿਹਦੇ, ਉਹ ਤਾਂ ਜਾਣੀ ਕਿ ਉਹ ਭੂਤ ਨਾ ਬਣਨੋਂ ਹਟ ਜਾਊ। ਇਹ ਸੱਚੀ ਕਥਾ ਹੈ। ਸੋ ਇਦਾਂ ਦੇ ਅਨੇਕਾਂ ਹੀ ਪ੍ਰਮਾਣ ਨੇ, ਤਾਂ ਥੋੜੇ ਦਿੱਤੇ ਨੇ ਤੁਹਾਨੂੰ। ਕਬੀਰ ਜੇ ਘਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੇ, ਤੇ ਘਰ ਮਾਰਹਟ ਸਾਰ ਕੇ ਭੂਤ ਵਸੇ ਤਿੰਨ ਮਾਹੇ। ਜਿਹੜੇ ਘਰ ਦੇ ਵਿੱਚ ਸਾਧੂ ਸਤਿਗੁਰ ਦੀ ਮੱਤ ਨਹੀਂ, ਜਿਹੜੇ ਘਰ ਦੇ ਵਿੱਚ ਜਾਣੀ ਕਿ ਪ੍ਰਮਾਤਮਾ ਦੀ ਯਾਦ ਨਹੀਂ, ਉਹ ਘਰ ਸ਼ਮਸ਼ਾਨ ਭੂਮੀ, ਉਸ ਘਰ ਵਿੱਚ ਰਹਿਣ ਵਾਲਾ ਸਾਰਾ ਟੱਬਰ ਭੂਤਾਂ ਦਾ। ਤੇ ਇਹ ਘਰ ਮਾਰਹਟ ਸਾਰਖੇ, ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਹੈ। ਜਿਹੜੇ ਘਰ 'ਚ ਗੁਰੂ ਦੀ ਮੱਤ ਨਹੀਂ, ਪ੍ਰਮਾਤਮਾ ਦੀ ਯਾਦ ਨਹੀਂ, ਭੂਤ ਵਸੇ ਤਿੰਨ ਮਾਹੇ, ਉਹ ਜਿਹੜਾ ਪਰਿਵਾਰ ਹੈ ਉਹ ਸਾਰੇ ਭੂਤ ਹੀ ਹੈ, ਉਹ ਭੂਤ ਰਹਿੰਦੇ ਨੇ ਵਿੱਚ, ਸਾਰਾ ਟੱਬਰ ਹੀ ਭੂਤਾਂ ਦਾ।
इदां दे अनेकां प्रमाण। इस करके दा इक्को एक जानी कि गल दस्सां, कल भी दसी भी सहज पाठ करिया करो अर्थां समेत, क्योंकि इत्थे तां लिमिटेड प्रमाण ही दिते जा सकते हैं ना। थां थां ते बाणी देखो विच देखो की लिखिਆ ਤਾਂ ਤੇ इदां इस गल नूं असीं समझ लिया ਤਾਂ ते गल चली सी नाल नाल आपां गल विचार रहे सी विषय वल भी ये कड़ा कहंदे भी असीं तां मुक्त है वਹਿਮਾਂ ਭਰਮਾਂ ਤੋਂ। गुरु दे ज्ञान ने सानूं मुक्त कर दिता है। जिथे कड़ा शुभ करनी दा प्रतीक आपां समझ लिया जी सिੱਖਿਆ मन च रखनी है, उत्थे कड़ा ਵਹਿਮਾਂ ਭਰਮਾਂ ਤੋਂ मुक्ति है। ਅਸੀਂ नहीं किसी ਵਹਿਮ ਭਰਮ ਨੂੰ ਮੰਨਦੇ भी कोई नज़र लग जाती है, कोई बुरी नज़र लगती है, ਜਾਂ कोई जे किसी ने कोई धागा धुगा बन्निया तोड़ के छड़ दिओ। ये मन एक कमजोरी है ना भी तुहाडा मन है जिहड़ा ये किसी भरम दे विच है। कोई लाल पीला काला धागा बन्निया, किसी कोई तवीती पाई है, कोई नग नुग पाया है, ये सारा कुछ छिट्टो। एक ही है मालक राखा, बस राखा एक हमारा स्वामी सकल घटां का इको ही, इको ही राखा है परमात्मा। उस परमात्मा ते टेक रखिए बस। जे उते टेक रख ली इको ही मालक ते तां फिर बख्शिशां बहुत वड्डियां ने। पढ़ लो राखा एक हमारा राखा परमेश्वर है। असीं सारे भरमां तो मुक्त हाँ। कड़े की रहत नूं मन च रखिए। इतिहासक दर्शन संखेप च कह देवां 2 मिनटां च। कड़े के पिछे इतिहास भी है। एक बार की किया, दशमेश पिता जी ने गुरसिखां नूं पेपर पाता, परचा भी देखिए सिंह पांडावाद के जाल तो मुक्त हो गए कि ना।
ਇਹਨਾਂ ਦੇ ਮਨ ਚੋਂ ਭਰਮ ਨਿਕਲ ਗਏ ਕਿ ਨਾ, ਵੀ ਜੋ ਪੜ੍ਹਾਇਆ ਜਾਂਦਾ ਦ੍ਰਿੜ ਹੋ ਗਿਆ, ਇਹਨਾਂ ਨੂੰ ਪੇਪਰ ਲਿਆ ਜਾਂਦਾ ਨਾ। ਦਸ਼ਮੇਸ਼ ਪਿਤਾ ਨੇ ਪੇਪਰ ਪਾਤਾ, ਕੌਤਕ ਰਚਤਾ। ਇੱਕ ਪੇਪਰ ਕਿਵੇਂ ਪਾਇਆ? ਸ਼ਨੀਵਾਰ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਇੱਕ ਪੰਡਤ ਨੂੰ ਬੁਲਾਇਆ, ਬੁਲਾ ਕੇ ਕਹਿੰਦੇ ਪੰਡਤ ਜੀ ਸ਼ਨੀ ਗ੍ਰਹਿ ਢਾਲਣਾ ਸਾਰੇ ਸਿੱਖਾਂ ਦਾ, ਕੋਈ ਉਪਾਅ ਦੱਸੋ। ਕੌਤਕ ਰਚਤਾ। ਪੰਡਤ ਕਹਿੰਦਾ ਜੀ ਬਸ ਸ਼ਨੀਵਾਰ ਨੂੰ ਤੁਸੀਂ ਮਹਾਂ ਦੀ ਦਾਲ, ਲੋਹਾ ਤੇ ਸਰੋਂ ਦਾ ਤੇਲ ਸਾਰੇ ਸਿੱਖਾਂ ਦੇ ਵੰਡੇ ਦਾ ਦਾਨ ਕਰ ਦਿਓ ਤੇ ਸ਼ਨੀ ਟਲ ਜੂ। ਸ਼ਨੀ ਕਹਿੰਦੇ ਕਿੰਨਾ ਕੁ? ਕਹਿੰਦਾ ਜੀ 40-50 ਕਿਲੋ ਲੋਹਾ ਦੇ ਦਿਓ, ਬਸ 40-50 ਕਿਲੋ ਸਰੋਂ ਦਾ ਤੇਲ ਦੇ ਦਿਓ, ਇੰਨੀ ਕੀ ਮਨ ਪੱਕੀ ਮਹਾਂ ਦੀ ਦਾਲ ਪਾ ਦਿਓ, ਬਸ ਸਾਰੇ ਸਿੱਖਾਂ ਦਾ ਗ੍ਰਹਿ ਟਲ ਜੂ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਕੱਲ੍ਹ ਨੂੰ ਫਿਰ ਤੂੰ ਕੋਈ ਸਾਧਨ ਲੈ ਆਈ, ਕੋਈ ਨਾਲ ਆਪਣਾ ਮਦਦਗਾਰ ਲੈ ਆਈ ਸਾਰਾ ਸਮਾਨ ਲੈਣ ਵਾਸਤੇ, ਤੇ ਕੱਲ੍ਹ ਨੂੰ ਆ ਜੀ, ਅਸੀਂ ਸ਼ਨੀ ਢਾਲਣਾ ਸਾਰੇ ਸਿੱਖਾਂ ਦਾ। ਜਿਸ ਵੇਲੇ ਅਗਲੇ ਦਿਨ ਪੰਡਤ ਕੋਈ ਆਪਣਾ ਸਾਧਨ ਲੈ ਕੇ ਕੋਈ ਆ ਗਿਆ ਤੇ ਗੁਰੂ ਸਾਹਿਬ ਨੇ ਉਹਨੂੰ ਸਾਰੀਆਂ ਚੀਜ਼ਾਂ ਪਾ ਦਿੱਤੀਆਂ, 40-40, 50-50 ਕਿਲੋ ਲੈ ਕੇ ਸਾਰਾ ਮਾਲ ਆ ਰਿਹਾ ਬਾਹਰ ਨੂੰ ਗੁਰਦਰਬਾਰ ਤੋਂ। ਅੱਗੋਂ ਆਉਂਦੇ ਗੁਰਸਿੱਖ ਮਿਲ ਪਏ, ਕਹਿੰਦੇ ਪੰਡਤਾ ਕਿਵੇਂ ਵਾਹਵਾ ਮਾਲ ਜਾ ਲਈ ਜਾਂਦਾ ਹੈ? ਕਹਿੰਦਾ ਤਾਂ ਮੈਨੂੰ ਗੁਰੂ ਸਾਹਿਬ ਨਹੀਂ ਦਿੱਤਾ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਤੁਹਾਡਾ ਸਾਰੇ ਸਿੱਖਾਂ ਦਾ ਗ੍ਰਹਿ ਟਾਲਿਆ ਸ਼ਨੀ, ਜੇ ਚੀਜ਼ਾਂ ਦਾਨ ਨਾ ਕੀਤੀਆਂ ਜਾਣ ਸ਼ਨੀਵਾਰ ਨੂੰ ਤਾਂ ਸ਼ਨੀ ਗ੍ਰਹਿ ਬੜਾ ਤੰਗ ਕਰਦਾ ਹੈ। ਗੁਰਸਿੱਖ ਕਹਿੰਦੇ ਫਿਰ ਤੂੰ ਸਾਰਿਆਂ ਦਾ ਘਰੇ ਲਈ ਜਾਂਦਾ, ਫਿਰ ਤੇਰਾ ਕੀ ਬਣੂ? ਤਾਂ ਸਿੱਖਾਂ ਦਾ ਟਲ ਜੂ ਤੇ ਤੂੰ ਸਾਰਿਆਂ ਦੇ ਘਰੇ ਲਈ ਜਾਂਦਾ ਇਕੱਠਾ ਕਰਕੇ, ਤੈਨੂੰ ਨਹੀਂ ਕੁਛ ਕਹਿੰਦਾ। ਇੰਨਾ ਕਿਹਾ ਚੁੱਪ। ਗੁਰਸਿੱਖ ਹੁਣ ਆਪਸ ਦੇ ਵਿੱਚ ਗੱਲ ਕਰਨ, ਜਦੋਂ ਇੰਨਾ ਕਿਹਾ ਕਹਿੰਦਾ ਲੈ ਇਹ ਤਾਂ ਗੁਰੂ ਸਾਹਿਬ ਨੇ ਦਿੱਤਾ, ਮੈਨੂੰ ਗੁਰੂ ਸਾਹਿਬ ਵੀ ਮੰਨਦੇ ਆ ਗੱਲ। ਤਾਂ ਜਦੋਂ ਇੰਨਾ ਕਿਹਾ ਨੂੰ ਰੋਕ ਲਿਆ, ਗੁਰਸਿੱਖ ਆਪਸ 'ਚ ਗੱਲਾਂ ਕਰਨ, ਕਹਿੰਦੇ ਭਲਾ ਆਪਣੇ ਗੁਰੂ ਜੀ ਇੱਦਾਂ ਦੇ ਹੋ ਸਕਦੇ ਆ ਵੀ ਆਪਾਂ ਨੂੰ ਤਾਂ ਵਹਿਮਾਂ ਭਰਮਾਂ 'ਚੋਂ ਆਪ ਕੱਢਦੇ ਗੁਰੂ ਜੀ, ਵੀ ਗੁਰੂ ਸਾਹਿਬ ਵੀ ਇੱਦਾਂ ਦੇ ਭਰਮ ਨੂੰ ਮੰਨਦੇ ਹੋਣ? ਗੁਰਸਿੱਖ ਕਹਿੰਦੇ ਨਾ, ਗੁਰੂ ਸਾਹਿਬ ਤਾਂ ਕਈ ਨਹੀਂ ਕਰਨ ਦੇ ਅਸੂਰੇ ਹੈ। ਫਿਰ ਕਹਿੰਦੇ ਵੀ ਇਹ ਤਾਂ ਕੋਈ ਗੁਰੂ ਸਾਹਿਬ ਨੇ ਕੌਤਕ ਰਚਿਆ ਲੱਗਦਾ, ਕਿਉਂ ਪਹਿਲਾਂ ਕਿੰਨੇ ਕੌਤਕ ਰਚੇ ਸੀ ਨਾ। ਜਿਵੇਂ ਇੱਕ ਵਾਰ ਤੁਹਾਨੂੰ ਪਤਾ ਹੈ ਗਧੇ ਤੇ ਸ਼ੇਰ ਦੀ ਖਲ ਪਵਾਈ ਸੀ, ਕਹਿੰਦੇ ਤਾਂ ਕੌਤਕ ਹੈ ਕੋਈ ਪਾਤਸ਼ਾਹ ਦਾ। ਸਮਝ ਗਏ ਗੁਰਸਿੱਖ ਵੀ ਤਾਂ ਕੋਈ ਪੇਪਰ ਹੈ। ਉਸੇ ਵੇਲੇ ਪੰਡਤ ਨੂੰ ਕਹਿੰਦੇ ਪੰਡਤ ਜੀ ਬਹਿ ਜਾਓ ਇੱਥੇ। ਬਹਿ ਕੇ ਸਮਾਨ ਲਹਾ ਲਿਆ ਸਾਰਾ। ਗੁਰਸਿੱਖਾਂ ਨੇ ਡਿਊਟੀਆਂ ਲਾਤੀਆਂ ਡੋਡੀ, 5-7 ਗੁਰਸਿੱਖ ਸੀ। ਇੱਕ ਨੂੰ ਕਹਿੰਦੇ ਤੂੰ ਭੱਜ ਕੇ ਭਾਈ ਨਾ ਲੋਹੇ ਦੀ ਕੜਾਹੀ ਲਿਆ, ਭੱਜ ਕੇ। ਇੱਕ ਨੂੰ ਕਹਿੰਦੇ ਚੁੱਲ੍ਹਾ ਪੱਟ ਕੇ ਲੱਕੜਾਂ ਰੱਖ ਲਾ। ਇੱਕ ਨੂੰ ਕਹਿੰਦੇ ਤੂੰ ਕੁੰਡਾ ਘੋਟਾ ਤੇ ਪਾਣੀ ਲੈ ਆ। ਇੱਦਾਂ ਡੂਡੀ ਡਿਊਟੀਆਂ ਲਾਤੀਆਂ। ਚੁੱਲ੍ਹੇ ਵਾਲੇ ਨੇ ਚੁੱਲ੍ਹਾ ਪੱਟ ਲਿਆ, ਲੱਕੜਾਂ ਲਿਆਂਦੀਆਂ, ਅੱਗ ਬਾਲ ਦਿੱਤੀ। ਕੜਾਹੀ ਵਾਲਾ ਕੜਾਹੀ ਲਿਆ, ਚੁੱਲ੍ਹੇ ਤੇ ਰੱਖਤੀ, ਸਰੋਂ ਦਾ ਤੇਲ ਕੜਾਹੀ 'ਚ ਪਾਤਾ, ਹੁਣ ਗਰਮ ਹੋਈ ਜਾਂਦਾ। ਉੱਧਰੋਂ ਕੁੰਡਾ ਘੋਟਾ ਆ ਗਿਆ, ਪਾਣੀ ਆ ਗਿਆ, ਪਾ ਕੇ ਮਹਾਂ ਦੀ ਦਾਲ ਤੇ ਪਾਣੀ ਪਾ ਕੇ ਤੇ ਰਗੜਾ ਚਾੜਤਾ। ਕਹਿੰਦੇ ਦੇਖ ਲਾ ਪੰਡਤ ਜੀ, ਤੇ ਆਹ ਸ਼ਨੀ ਗ੍ਰਹਿ ਅਸੀਂ ਕਿਵੇਂ ਰਗੜਦੇ ਹਾਂ? ਉਹ ਤੇਲ ਹੋਈ ਜਾਂਦਾ ਗਰਮ, ਇਹ ਸ਼ਨੀ ਤਲ ਕੇ ਖਾਵਾਂਗੇ ਅਸੀਂ, ਲੁੱਟ ਕੇ ਖਾ ਲਈ ਤੁਸੀਂ ਦੁਨੀਆ, ਲੋਕਾਂ ਨੂੰ ਭਰਮਾਂ 'ਚ ਪਾ ਕੇ। ਆਹ ਦੇਖਦੇ ਹਾਂ ਤੇਰਾ ਸ਼ਨੀ ਕੀ ਕਰਦਾ, ਤਲ ਕੇ ਖਾਵਾਂਗੇ ਤੇਰੇ ਸ਼ਨੀ ਨੂੰ। ਆਹ ਦੇਖ ਲਾ ਰਗੜਾ ਤਾਂ ਚਾੜਤਾ ਸੀ। ਹੁਣ ਮਹਾਂ ਦੀ ਦਾਲ ਰਗੜ ਕੇ ਬੜੇ ਬਣਾ ਕੇ ਸਰੋਂ ਦੇ ਤੇਲ ਵਿੱਚ ਤਲ ਕੇ ਛਕ ਲਏ। ਤੇ ਉੱਧਰ ਸਿਕਲੀਗਰ ਭਰਾਵਾਂ ਨੂੰ ਸੁਨੇਹਾ ਦਿੱਤਾ ਹਥਿਆਰਾਂ ਵਾਲੇ ਕਾਰਖਾਨੇ ਵਿੱਚ, ਕਿ ਉਹ ਸਿਕਲੀਗਰ ਭਰਾ ਖਾਲਸੇ ਦੇ ਹਥਿਆਰ ਬਣਾਇਆ ਕਰਦੇ। ਉਹ ਆ ਗਏ, ਲੋਹਾ ਉਹਨਾਂ ਨੂੰ ਚੁਕਾਤਾ। ਕਹਿੰਦੇ ਵੀ ਕੜੇ ਬਣਾ ਦਿਓ। ਕੜੇ ਮਹਾਂ ਦੀ ਦਾਲ ਦੇ ਬੜੇ ਬਣਾ ਕੇ ਛਕ ਲਏ ਤੇ ਲੋਹੇ ਦੇ ਸਰਬ ਲੋਹ ਦੇ ਕੜੇ ਬਣਾ ਕੇ ਪਾ ਲਏ। ਕੜੇ ਦਾ ਇਤਿਹਾਸ ਹੈ ਕਿ ਪੰਡਤ ਤੋਂ ਮਹਾਂ ਦੀ ਦਾਲ, ਸਰੋਂ ਦਾ ਤੇਲ ਤੇ ਲੋਹਾ ਫੜ ਕੇ, ਤੇਲ ਦੇ ਵਿੱਚ ਤਾਂ ਬੜੇ ਬਣਾ ਕੇ ਖਾ ਲਏ, ਤੇ ਲੋਹਾ ਜਿਹੜਾ ਪੰਡਤ ਤੋਂ ਖੋਇਆ ਸੀ ਸ਼ਨੀਵਾਰ ਨੂੰ, ਉਹਦੇ ਕੜੇ ਬਣਾ ਕੇ ਪਾ ਲਏ। ਬੋਲੋ ਸਤਨਾਮ। ਅਸੀਂ ਨਹੀਂ ਮੰਨਦੇ ਨਾ ਭਰਮਾਂ। ਜਦੋਂ ਦਸ਼ਮੇਸ਼ ਪਿਤਾ ਨੂੰ ਪਤਾ ਲੱਗਿਆ ਵੀ ਗੁਰਸਿੱਖਾਂ ਨੇ ਤਾਂ ਪਰਵਾਹ ਹੀ ਨਹੀਂ ਕੀਤੀ, ਪੰਡਤ ਤੋਂ ਖੋਹ ਲਿਆ ਸਾਰਾ ਕੁਛ ਤੇ ਲੋਹੇ ਦੇ ਕੜੇ ਬਣਾ ਕੇ ਪਾ ਲਏ। ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਸੱਦ ਕੇ ਬੁੱਕਲ 'ਚ ਲੈ ਕੇ ਪਿਆਰ ਦਿੱਤਾ। ਸ਼ਾਬਾਸ਼ ਮੇਰੇ ਪੁੱਤਰੋ, ਮੈਨੂੰ ਬੜੀ ਖੁਸ਼ੀ ਹੈ ਤੁਸੀਂ ਪਾਂਡਾਬਾਦ ਦੇ ਜਲ ਤੋਂ ਨਿਕਲ ਗਏ, ਤੇ ਇਹ ਕੜੇ ਦਾ ਇਤਿਹਾਸ ਦੱਸਦਾ ਰਹੋ ਵੀ ਸਿੱਖ ਪਾਂਡਾਬਾਦ ਤੋਂ ਆਜ਼ਾਦ ਹੈ। ਬੋਲੋ ਸਤਨਾਮ। ਇਹ ਦੱਸਦਾ ਰਹੋ। ਇਹ ਕੜੇ ਉਦੋਂ ਪਾਏ ਸ਼ਨੀਵਾਰ ਨੂੰ, ਜਿਹੜਾ ਲੋਹਾ ਖੋਹਿਆ ਸੀ ਨਾ ਪੰਡਤ ਤੋਂ, ਉਹਦੇ ਕੜੇ ਬਣਾ ਕੇ ਪਾਏ ਸੀ। ਆਉਣ ਰਹਿੰਦੇ ਕਕਾਰਾਂ ਦੀ ਗੱਲ ਆਪਾਂ ਕੱਲ੍ਹ ਦੀ ਹਾਜ਼ਰੀ ਵਿੱਚ ਕਰਾਂਗੇ। ਸਰੋਤਿਆਂ ਨੂੰ ਬੇਨਤੀ ਹੈ ਕਿ ਟਾਈਮ ਨਾ ਪਹੁੰਚੋ ਤਾਂ ਕਿ ਪੂਰੀ ਗੱਲ ਸਮਝ ਆ ਜਾਵੇ ਨਾ ਵੀ ਸ਼ੁਰੂ ਕਿੱਥੋਂ ਹੋਈ ਸੀ। 6 ਤੋਂ ਲੈ ਕੇ 6:45, ਅੱਜ ਥੋੜ੍ਹਾ ਕੁ 5-7 ਮਿੰਟ ਲੇਟ ਵੀ ਹੋ ਗਏ ਅਸੀਂ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ, ਕਿਉਂਕਿ ਅੱਗੇ ਦੀ ਅੱਗੇ ਟਾਈਮ ਹੁੰਦਾ ਬਾਕੀ ਸਟੇਜਾਂ ਦੇ ਉੱਤੇ। ਸੋ ਬਾਕੀ ਦਾ ਪ੍ਰੋਗਰਾਮ ਜਿਹੜਾ ਉਹ ਆਪ ਜੀ ਪ੍ਰਬੰਧਕ ਸੱਜਣਾ ਤੋਂ ਸੁਣੋ। ਸਾਨੂੰ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।